ਫਿਰੋਜ਼ਸ਼ਾਹ ਟੋਲ ਪਲਾਜ਼ੇ ਤੇ ਅਸੀਂ ਮੌਜੂਦ ਹਾਂ। ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਨਾਲ ਹਨੇਰ ਘੁੱਪ ਇਸ ਟੋਲ ਪਲਾਜ਼ੇ ਤੇ ਪਿਆ ਏ। ਜਗਮਗ ਹੁੰਦੀ ਆ ਰਾਤ ਵੇਲੇ ਕਿਉਂਕਿ ਇਹ ਟੋਲ ਚੱਲਦਾ ਹੁੰਦਾ ਏ। ਪਰ ਹੁਣ ਦੀ ਗੱਲ ਕਰੀਏ ਤਾਂ ਹਨੇਰ ਘੁੱਪ ਆ, ਬੱਸਾਂ ਗੱਡੀਆਂ ਬਿਲਕੁਲ ਫ੍ਰੀ ਲੰਘ ਰਹੀਆਂ ਨੇ। ਕੀ ਕਾਰਨ ਹੈਗਾ ਏ ਹਨੇਰੇ ਦਾ ਤੇ ਕੀ ਕਾਰਨ ਆ ਬੱਸਾਂ ਗੱਡੀਆਂ ਇੱਥੋਂ ਫ੍ਰੀ ਲੰਘਣ ਦਾ? ਹਾਲਾਂਕਿ ਜਦੋਂ ਦਾ ਇਹ ਟੋਲ ਪਲਾਜ਼ਾ ਬਣਿਆ ਏ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਦਿਖਾਈ ਦਿੰਦਾ ਏ। ਵਿਵਾਦ ਕੀ ਨੇ? ਕਿਉਂਕਿ ਫਿਰੋਜ਼ਪੁਰ ਤੋਂ ਕੁਝ ਹੀ ਦੂਰੀ ਤੇ ਇਹ ਟੋਲ ਪਲਾਜ਼ਾ ਪੈਂਦਾ ਏ ਤੇ ਇਸ ਦੇ ਆਸ-ਪਾਸ ਜਿਹੜੇ ਪਿੰਡ ਪੈਂਦੇ ਆ ਤਕਰੀਬਨ ਹੀ ਇਹ ਟੋਲ ਪਲਾਜ਼ੇ ਦੇ ਉੱਪਰ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਆ। ਕਾਰਨ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਮੰਗ ਉਠਾਉਂਦੇ ਨੇ ਕਿ ਇਸ ਟੋਲ ਪਲਾਜ਼ੇ ਨੂੰ ਸਾਨੂੰ ਫ੍ਰੀ ਕਰੋ, ਕਿਉਂਕਿ ਅਸੀਂ ਖੇਤ ਜਾਣਾ ਹੈ, ਪਾਣੀ ਲਾਉਣ ਜਾਣਾ ਹੈ, ਕੋਈ ਆਪਣੇ ਕੰਮ ਜਾਣਾ ਹੈ, ਬੱਚਿਆਂ ਨੇ ਸਕੂਲ ਜਾਣਾ ਹੈ, ਉਹਨਾਂ ਨੂੰ ਛੱਡਣ ਜਾਣਾ ਹੁੰਦਾ ਹੈ, ਪਰ ਟੋਲ ਪੈਂਦਾ ਹੈ ਜਿਸ ਕਾਰਨ ਹਰ ਵਾਰ ਜਿਹੜਾ ਟੋਲ ਆ ਉਹਨਾਂ ਤੋਂ ਲਿਆ ਜਾਂਦਾ ਹੈ। 10-10 ਗੇੜੇ ਵੀ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਇੱਕ ਦਿਨ 'ਚ ਲੱਗਦੇ ਆ, ਪਰ ਬਹੁਤ ਵੱਡੀ ਮੁਸ਼ਕਲ ਬਣਿਆ ਹੋਇਆ ਹੈ ਟੋਲ ਪਲਾਜ਼ਾ। ਪਰ ਅੱਜ ਦੀ ਗੱਲ ਕਰੀਏ ਤਾਂ ਅੱਜ ਇੱਕ ਇਹੋ ਜਿਹਾ ਧਰਨਾ ਇੱਥੇ ਲੱਗਿਆ ਹੈ ਜਿਸ ਨੂੰ ਅਣਮਿੱਥੇ ਸਮੇਂ ਦਾ ਨਾਂ ਦੇ ਦਿੱਤਾ ਗਿਆ ਹੈ। ਅਣਮਿੱਥੇ ਸਮੇਂ ਲਈ ਮਤਲਬ ਪੱਕਾ ਧਰਨਾ ਲਾ ਦਿੱਤਾ ਗਿਆ ਹੈ। ਜਾਣਕਾਰੀ ਦਿਵਾਉਣੇ ਆ, ਉਹਨਾਂ ਲੋਕਾਂ ਨਾਲ ਮਿਲਵਾਉਣੇ ਆ ਕਿਹੜੇ-ਕਿਹੜੇ ਲੋਕ ਇੱਥੇ ਪਹੁੰਚੇ ਨੇ ਧਰਨਾ ਲਾਉਣ ਦੇ ਲਈ। ਪਰ ਇੱਕ ਬੜੀ ਵੱਡੀ ਗੱਲ ਆ ਕਿ ਜਿਸ ਤਰੀਕੇ ਨਾਲ ਹਨੇਰ ਘੁੱਪ ਕੀਤਾ ਹੋਇਆ ਹੈ, ਕੋਈ ਬੈਰੀਗੇਟਿੰਗ ਨਹੀਂ ਲੱਗੀ, ਵੱਡਾ ਹਾਦਸਾ ਇੱਥੇ ਵਾਪਰ ਸਕਦਾ ਹੈ ਕਿਸੇ ਟਾਈਮ ਵੀ। ਤੁਸੀਂ ਦੇਖੋ ਕਿੰਨੀ ਸਪੀਡ ਦੇ ਵਿੱਚ ਗੱਡੀਆਂ ਲੰਘ ਰਹੀਆਂ ਨੇ, ਹਾਲਾਂਕਿ ਇੱਕ ਲੇਨ ਚੱਲ ਰਹੀ ਆ ਉਧਰੋਂ ਦੂਸਰੀ, ਲੇਕਿਨ ਜਦੋਂ ਪਿੱਛੋਂ ਆਉਣੇ ਆ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਕਿ ਕਿਹੜੀ ਲੇਨ ਬੰਦ ਆ ਕਿਹੜੀ ਲੇਨ ਚੱਲਦੀ ਆ, ਕਿਉਂਕਿ ਲਾਈਟਾਂ ਜਿਹੜੀਆਂ ਨੇ ਅਗਰ ਉਹ ਜਗਦੀਆਂ ਹੋਣ ਤਾਂ ਟੋਲ ਪਲਾਜ਼ੇ ਦੇ ਉੱਪਰ ਨਜ਼ਰ ਪਏਗੀ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਸੀਂ ਵੀ ਕਹਿੰਦੇ ਆ ਕਿ ਇਸ ਦੇ ਉੱਪਰ ਧਿਆਨ ਦਿੱਤਾ ਜਾਵੇ। ਇਹ ਨਾ ਹੋਵੇ ਕਿ ਸਵੇਰ ਤੱਕ ਰਾਤ ਦੇ ਸਮੇਂ ਕੋਈ ਵੱਡਾ ਹਾਦਸਾ ਇੱਥੇ ਹੋਵੇ ਤੇ ਕੋਈ ਘਟਨਾ ਦਾ ਸ਼ਿਕਾਰ ਹੋਵੇ। ਜਾਣਕਾਰੀ ਲੈਣੇ ਆ ਜਿਹੜੇ ਲੋਕ ਇੱਥੇ ਇਕੱਠੇ ਨੇ ਇਸ ਟੋਲ ਪਲਾਜ਼ੇ ਤੇ ਮਜਬੂਰ ਨੇ ਰਾਤ ਕੱਟਣ ਦੇ ਲਈ। ਕਾਰਨ ਵੀ ਤੁਹਾਨੂੰ ਦੱਸ ਚੁੱਕੇ ਆ, ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ। ਦੁਪਹਿਰ ਦੇ ਸਮੇਂ ਵੀ ਇੱਕ ਲਾਈਵ ਅਸੀਂ ਕੀਤਾ ਸੀ ਜਿਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਤੁਹਾਨੂੰ ਦਿਖਾਈਆਂ ਸੀ ਕਿ ਆਖਿਰਕਾਰ ਕੀ ਚਾਹੁੰਦੇ ਨੇ ਇਹ ਲੋਕ। ਪਰ ਇਸ ਟਾਈਮ ਇਹਨਾਂ ਨੂੰ ਰਾਤ ਨੂੰ ਇੱਥੇ ਰਹਿਣ ਦੇ ਲਈ ਮਜਬੂਰ ਹੋ ਗਏ ਨੇ। ਕੋਈ ਪੱਖਾ ਕੋਈ ਕੁਛ ਨਹੀਂ, ਮੱਛਰ ਦੇ ਵਿੱਚ ਬੈਠੇ ਨੇ। ਪਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮੱਛਰ ਦੇ ਵਿੱਚ ਲੋਕਾਂ ਦੀਆਂ ਮੁਸੀਬਤਾਂ ਨੂੰ ਲੈ ਕੇ ਬੈਠੇ ਹਾਂ, ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਦੇ ਲਈ ਅਸੀਂ ਬੈਠੇ ਹਾਂ। ਸਾਡੀਆਂ ਜੋ ਮੁਸੀਬਤਾਂ ਨੇ, ਜੋ ਲੋਕਾਂ ਨੂੰ ਮੁਸੀਬਤਾਂ ਆ ਰਹੀਆਂ ਨੇ ਉਹਨਾਂ ਦੀ ਗੱਲ ਕਰਦੇ ਨੇ। ਜਾਣਕਾਰੀ ਲੈਣੇ ਆ। ਵੀਰ ਜੀ, ਲਾਈਟ ਬੰਦ ਕਰ ਦਿੱਤੀ ਆ, ਦੁਪਹਿਰੇ ਗੱਲਬਾਤ ਕੀਤੀ ਸੀ ਤੁਹਾਡੇ ਨਾਲ, ਟੋਲ ਦੀਆਂ ਤੁਸੀਂ ਮੁਸ਼ਕਲਾਂ ਦੱਸੀਆਂ ਸੀ ਕਿ ਸਾਰਾ ਦਿਨ ਬੀਤਣ ਤੋਂ ਬਾਅਦ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ। ਸਤਿ ਸ੍ਰੀ ਅਕਾਲ ਜੀ। ਫੇਰ ਤੋਂ ਗੱਲ ਇਸ ਤਰ੍ਹਾਂ ਜੀ, ਸ਼ਾਮ ਨੂੰ ਤਹਿਸੀਲਦਾਰ ਸਾਹਿਬ ਆਏ ਸੀ ਜੀ, ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਇਹ ਗੱਲ ਕਹੀ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਆਪਾਂ ਕੱਲ ਨੂੰ ਡੀਸੀ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ ਤੇ ਤੁਸੀਂ ਧਰਨਾ ਚੱਕ ਦਿਓ। ਸੋ ਮੰਗਾਂ ਮੰਨਣ ਦੀ ਬਜਾਏ ਸਿਰਫ ਧਰਨਾ ਚੱਕਣ ਦੀ ਗੱਲ ਕੀਤੀ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਧਰਨਾ ਵੀ ਚੱਕ ਦਿੰਨੇ ਆ, ਸਾਡੀਆਂ ਘੱਟੋ ਘੱਟ 2 ਮੰਗਾਂ ਜਿਹੜੀਆਂ ਨੇ ਟੋਲ ਟੈਕਸ ਲੈਣੇ ਉਹ ਤਾਂ ਕੈਸ਼ ਲੈਣ ਲੱਗ ਜਾਓ, ਇੱਕ ਲਾਈਨ ਲਾ ਦਿਓ। ਨਹੀਂ ਮੰਨੀ, ਉਹ ਵੀ ਨਹੀਂ ਮੰਨੀ। ਉਸ ਤੋਂ ਬਾਅਦ ਅਸੀਂ ਕਿਹਾ ਵੀ ਜਿਹੜੇ ਲਾਗੇ ਪਿੰਡ ਨੇ ਇਹਨਾਂ ਵਿਚਾਰਿਆਂ ਨੇ ਇਧਰੋਂ ਉਧਰ ਤੇ ਉਧਰੋਂ ਇੱਧਰ ਆਉਣਾ ਹੈ, ਸਾਰੇ ਕੰਮ ਵੀ ਇੱਕ ਦੂਜੇ ਪਾਸੇ ਤੇ ਇੱਧਰ ਕਰਨੇ ਨੇ, ਪਰ ਉਹ ਵੀ ਕਹਿੰਦੇ ਅਸੀਂ ਬਿਲਕੁਲ ਫ੍ਰੀ ਨਹੀਂ ਕਰਾਂਗੇ। ਸੋ ਮਜਬੂਰਨ ਵਾਸਤੇ ਸਾਨੂੰ ਜਿਹੜਾ ਧਰਨਾ ਹੈ ਇਹ ਅਣਮਿੱਥੇ ਸਮੇਂ ਵਾਸਤੇ ਕਰਨਾ ਪੈ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਵੇਖੋ ਕਿੱਡੀ ਮੰਦਭਾਗੀ ਘਟਨਾ ਕਿ ਵੇਖੋ ਤੁਸੀਂ, ਲਾਈਟਾਂ ਸਾਰੀਆਂ ਬੰਦ ਕਰ ਦਿੱਤੀਆਂ, ਕੋਈ ਇੰਡੀਕੇਟਰ ਨਹੀਂ ਜਗ ਰਿਹਾ, ਔਰ ਜੋ ਰੋਡ ਹੈ ਅਸੀਂ ਬਲੌਕ ਨਹੀਂ ਕੀਤਾ ਹੋਇਆ, ਇਸ ਕਰਕੇ ਸੜਕਾਂ ਤੋਂ ਆਵਾਜਾਈ ਹੈ, ਟਰੱਕ ਕਾਰਾਂ ਜੀਪਾਂ ਸਭ ਕੁਝ ਲੰਘ ਰਿਹਾ ਹੈ। ਕੋਈ ਹਾਦਸਾ ਵੀ ਹੋ ਸਕਦਾ ਹੈ, ਮਿਸ ਹੈਪਨਿੰਗ ਵੀ ਹੋ ਸਕਦੀ ਹੈ। ਪਰ ਇੱਥੋਂ ਦਾ ਜਿਹੜਾ ਟੋਲ ਦਾ ਕਰਿੰਦਾ ਹੈ ਜਿਹੜਾ ਸਾਰਾ ਦਿਨ ਸਾਡੇ ਕੋਲ ਕਦੇ ਕਹਿੰਦਾ ਸੀ ਮੈਂ ਉਹ ਕਰਨਾ ਮੈਂ ਆਹ ਕਰਨਾ, ਅੱਜ ਉਸ ਬੰਦੇ ਦੀ ਅੰਦਰ ਦੀ ਗੱਲ ਦਾ ਪਤਾ ਲੱਗ ਗਿਆ ਸਾਨੂੰ। ਦੇਖੋ ਉਸ ਬੰਦੇ ਨੇ ਬਿਜਲੀ ਕੱਟ ਕਰਵਾ ਦਿੱਤੀ, ਉਹਦੇ ਨਾਲ ਗੱਲ ਕੀਤੀ। ਟੈਕਸ ਤਾਂ ਲੋਕਾਂ ਨੇ ਵੀ ਦਿੱਤਾ, ਤੁਸੀਂ ਵੀ ਟੈਕਸ ਦਿੱਤਾ, ਅਸੀਂ ਵੀ ਦਿੱਤਾ ਇਹਨਾਂ ਸੜਕਾਂ ਨੂੰ ਬਣਾਉਣ ਵਾਸਤੇ, ਇਹਨਾਂ ਟੋਲ ਵਾਸਤੇ, ਲੋਕਾਂ ਦੇ ਪੈਸੇ ਦੇ ਵਿੱਚੋਂ ਹੀ ਲੱਗਿਆ। ਪਰ ਅੱਜ ਉਹਨਾਂ ਲੋਕਾਂ ਨੂੰ ਜਿਹੜੀ ਆ ਲਾਈਟ ਕੱਟ ਦਿੱਤੀ ਗਈ ਹੈ। ਹਾਂਜੀ, ਵੇਖੋ ਇੱਥੇ ਰੋਜ਼ ਅਸੀਂ ਟੈਕਸ ਦੇ ਕੇ ਲੰਘਣੇ ਆ, ਰੋਜ਼ ਫਾਸਟੈਗ ਦੇ ਨਾਲ ਪੈਸੇ ਕੱਟੇ ਜਾ ਰਹੇ ਨੇ, ਦੁੱਗਣੇ ਵਸੂਲੇ ਜਾ ਰਹੇ ਨੇ। ਅੱਜ ਸਾਡੇ ਪੰਜਾਬ ਦੀ ਸੜਕ ਹੈ, ਸਾਡੀਆਂ ਸੜਕਾਂ ਸਾਡੇ ਬਜ਼ੁਰਗਾਂ ਨੇ ਇੱਥੇ ਗੱਡਿਆਂ ਦੇ ਲੰਘਾ ਕੇ ਸੜਕਾਂ ਬਣਾਈਆਂ ਹੋਈਆਂ ਨੇ,
ਇਹਨਾਂ ਨੇ ਬਾਹਰੋਂ ਆਈਆਂ ਕੰਪਨੀਆਂ ਨੇ ਕਬਜ਼ੇ ਕਰਕੇ ਅੱਜ ਸਾਨੂੰ ਉੱਥੇ ਬਹਿਣ ਨੂੰ ਜਿਹੜਾ ਸਾਡਾ ਰਾਈਟ ਬਣਦਾ, ਸਾਡਾ ਅਸੀਂ ਆਪਣਾ ਰੋਸ ਕਰ ਸਕਦੇ ਆ, ਉਸ ਚੀਜ਼ ਤੋਂ ਇਹਨਾਂ ਰੋਕ ਦਿੱਤਾ। ਇੱਥੇ ਸਾਨੂੰ ਮੱਛਰ 'ਚ ਮਰਨ ਵਾਸਤੇ ਮਜਬੂਰ ਕਰ ਦਿੱਤਾ ਔਰ ਪੱਖੇ ਬੰਦ ਪਏ ਨੇ ਸਾਡੇ, ਇੱਥੋਂ ਤੱਕ ਕਿ ਹਾਦਸਾ ਹੋ ਸਕਦਾ ਹੈ ਔਰ ਇਹਦਾ ਜ਼ਿੰਮੇਵਾਰ ਟੋਲ ਟੈਕਸ ਦੇ ਕਰਮਚਾਰੀ ਤੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਇੰਚਾਰਜ ਆ ਸਿਮਰਨਜੀਤ ਸਿੰਘ, ਉਹ ਇਸ ਗੱਲ ਦਾ ਜ਼ਿੰਮੇਵਾਰ ਹੋਵੇਗਾ ਜੀ। ਅੱਛਾ, ਅੱਜ ਦੀ ਘੜੀ ਲਈ ਤੁਹਾਡੀ ਜਦੋਂ ਗੱਲ ਹੋਈ ਸੀ ਤਹਿਸੀਲਦਾਰ ਨਾਲ, ਦੋ ਮੁੱਖ ਮੰਗਾਂ ਤੁਸੀਂ ਰੱਖੀਆਂ ਸੀ ਵੀ ਅੱਜ ਸਾਡੀਆਂ ਦੋ ਮੰਗਾਂ ਮੰਨ ਲਓ, ਜਿਹੜੀ ਬਾਕੀ ਮੰਗਾਂ ਲਿਖੀਆਂ ਹੋਈਆਂ ਨੇ ਉਹਦੇ ਬਾਬਤ ਬਾਅਦ ਦੇ ਵਿੱਚ ਗੱਲ ਕਰ ਲਾਂਗੇ। ਹਾਂਜੀ, ਅਸੀਂ ਕਿਹਾ ਸੀ, ਇਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਕੰਪਰੋਮਾਈਜ਼ ਕਰੋ, ਆਪਾਂ ਰਲ ਮਿਲ ਕੇ ਬੈਠ ਕੇ ਕਰਦੇ ਆ। ਤਹਿਸੀਲਦਾਰ ਸਾਹਿਬ ਨੂੰ ਤੇ ਹੋਰ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਵੀ ਸੀਗਾ, ਉਹਨਾਂ ਨੂੰ ਕਿਹਾ ਵੀ ਬਿਲਕੁਲ ਅਸੀਂ ਤੁਹਾਡੇ ਨਾਲ ਗੱਲਬਾਤ ਵੀ ਕਰਨ ਨੂੰ ਤਿਆਰ ਆ, ਕੱਲ ਨੂੰ ਮੀਟਿੰਗ ਵੀ ਕਰਾਂਗੇ, ਪਰ ਸਾਡੀਆਂ ਦੋ ਛੋਟੀਆਂ ਜਿਹੀਆਂ ਮੰਗਾਂ ਨੇ, ਇਹ ਲਾਜ਼ਮੀ ਨੇ, ਇਹ ਪਹਿਲਾਂ ਮੰਨੋ ਸਾਨੂੰ, ਕਿਉਂਕਿ ਇਸ ਤੋਂ ਪਹਿਲਾਂ ਮੰਨੀਆਂ ਨਹੀਂ ਗਈਆਂ, ਪਹਿਲਾਂ ਵੀ ਮੰਗ ਪੱਤਰ ਦਿੱਤੇ ਹੋਏ ਨੇ, ਮੀਟਿੰਗਾਂ ਵੀ ਹੋਈਆਂ ਵੀ ਹੁਣ ਤੁਸੀਂ ਇੱਥੋਂ ਆ ਸ਼ੁਰੂ ਕਰੋ, ਅਸੀਂ ਧਰਨਾ ਚੱਕਣੇ ਆ, ਹੁਣੇ ਕਹਿੰਦੇ ਹੋ ਜਾਂ ਕੱਲ ਨੂੰ ਕਹਿੰਦੇ, ਜਦੋਂ ਮਰਜ਼ੀ ਆਪਾਂ ਮੀਟਿੰਗ ਕਰ ਲਾਂਗੇ। ਪਰ ਟੋਲ ਟੈਕਸ ਜਿਹੜੇ ਕਰਮਚਾਰੀ ਨੇ ਉਹਨਾਂ ਨੇ, ਮੈਂ ਕਹਾਂਗਾ ਪ੍ਰਸ਼ਾਸਨ ਨੂੰ ਇੱਥੇ ਮਜਬੂਰ ਕਰ ਛੱਡਿਆ ਵੀ ਉਹ ਕਿਸੇ ਦੀ ਮੰਨਦੇ ਹੀ ਨਹੀਂ, ਤੇ ਪ੍ਰਸ਼ਾਸਨ ਵੀ ਥੱਕ ਹਾਰ ਕੇ ਪਿੱਛੇ ਚਲਾ ਗਿਆ। ਔਰ ਮੈਂ ਇੱਕ ਆਪਣੇ ਪੰਜਾਬ ਟੈਕਸੀ ਯੂਨੀਅਨ ਵੱਲੋਂ ਕਿਸਾਨ ਮਜ਼ਦੂਰ ਏਕਤਾ ਜਿਹੜੀ ਸਾਡੀ ਫਰੰਟ ਨੇ, ਸਾਰੇ ਜਿੰਨੇ ਵੀ ਯੂਨੀਅਨਾਂ ਤੇ ਇਕੱਠੀਆਂ ਆਈਆਂ, ਉਹਨਾਂ ਵੱਲੋਂ ਇੱਕ ਬੇਨਤੀ ਕਰਨਾ, ਸਾਡੇ ਡੀਸੀ ਸਾਹਿਬ ਨੂੰ, ਜਿਹੜੇ ਸਾਡੇ ਇਲਾਕੇ ਦੇ ਮਾਲਕ ਨੇ, ਪ੍ਰਸ਼ਾਸਨਿਕ ਸਿਰੇ ਦੇ ਅਧਿਕਾਰੀ ਨੇ, ਤੇ ਨਾਲ ਹੀ ਫਿਰ ਮੈਂ ਬੇਨਤੀ ਕਰਾਂਗਾ ਭਗਵੰਤ ਮਾਨ ਜੀ ਸਾਡੇ ਨਵੇਂ ਬਣੇ ਸੀਐਮ ਨੇ, ਵੇਖੋ ਜੇ ਕਿਤੇ ਤੁਹਾਡੀ ਨਿਗਾਹ ਪੈ ਜਾਵੇ ਜਾਂ ਵੇਖੋ ਕਿਵੇਂ ਅਸੀਂ ਮੱਛਰ 'ਚ ਮਰ ਰਹੇ ਹਾਂ। ਤੁਸੀਂ ਕਹਿ ਰਹੇ ਸੀ ਹੁਣ ਧਰਨਿਆਂ ਦੀ ਲੋੜ ਨਹੀਂ, ਜੇ ਕਿਤੇ ਸਾਨੂੰ ਵੇਖ ਲਓ, ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਤੇ ਆ ਸਾਡੇ ਹਾਲ ਵੇਖੋ ਕੀ ਸਾਡੀ ਮਜਬੂਰੀ ਹੈ। ਅਸੀਂ ਵੀ ਆਪਣੇ ਹੱਕਾਂ ਵਾਸਤੇ, ਲੋਕਾਂ ਦੇ ਹੱਕਾਂ ਵਾਸਤੇ ਮੰਗ ਕਰ ਰਹੇ ਹਾਂ ਕਿ ਟੋਲ ਟੈਕਸ ਲੈ ਲਓ, ਪਰ ਕੈਸ਼ ਲੈ ਲਓ, ਸਾਨੂੰ ਦੁੱਗਣੇ ਜੁਰਮਾਨੇ ਨਾ ਕਰੋ। ਜੇ ਮਾਨ ਸਾਹਿਬ ਤੁਸੀਂ ਦੇਖ ਰਹੇ ਹੋ, ਡੀਸੀ ਸਾਹਿਬ ਦੇਖ ਰਹੇ ਹੋ, ਜੇ ਕੁਝ ਕਰ ਸਕਦੇ ਹੋ ਤੇ ਘੱਟੋ ਘੱਟ ਆ ਲਾਈਟ ਦਾ ਇੰਤਜ਼ਾਮ ਹੀ ਕਰਾ ਦਿਓ, ਨਹੀਂ ਤਾਂ ਕਾਹਦੀ ਤਬਦੀਲੀ, ਕਾਹਦੇ ਬਦਲਾ, ਸਿਰਫ ਐਵੇਂ ਫਾਲਤੂ ਦੀਆਂ ਗੱਲਾਂ ਨੇ, ਗੁੰਡਾਗਰਦੀ ਉਸੇ ਤਰ੍ਹਾਂ ਹੀ ਸ਼ੁਰੂ ਹੈ ਜੀ। ਬਿਲਕੁਲ, ਤੁਸੀਂ ਦੇਖ ਲਿਆ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਨਾਲ ਅੱਜ ਵਿਤਕਰਾ ਕਹਿ ਸਕਦੇ ਹਾਂ ਕਿ ਹਾਲਾਂਕਿ ਹਰ ਰੋਜ਼ ਰਾਤ ਦੇ ਸਮੇਂ ਇਸ ਸਮੇਂ ਜਿਹੜੀਆਂ ਲਾਈਟਾਂ ਨੇ ਉਹ ਇਸ ਟੋਲ ਪਲਾਜ਼ੇ ਤੇ ਜਗਦੀਆਂ ਨੇ, ਪਰ ਅੱਜ ਦੀ ਗੱਲ ਕਰੀਏ ਤਾਂ ਅੱਜ ਇਸ ਟੋਲ ਪਲਾਜ਼ੇ ਤੇ ਲੋਕ ਬੈਠੇ ਨੇ, ਕਿਸਾਨ ਬੈਠੇ ਨੇ ਜਾਂ ਟੈਕਸੀ ਯੂਨੀਅਨ ਦੇ ਆਪਰੇਟਰ ਬੈਠੇ ਨੇ, ਹਾਲਾਂਕਿ ਉਹਨਾਂ ਨੂੰ ਜਿਹੜਾ ਲਾਈਟਾਂ ਹੈਗੀਆਂ ਉਹਨਾਂ ਦੇ ਕਾਰਨ ਜਿਹੜੀਆਂ ਬੰਦ ਕੀਤੀਆਂ ਨੇ। ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜੀ ਲਾਈਟ ਆ, ਮੇਨ ਵੱਡੀ ਲਾਈਟ ਆ, ਉਹ ਜਗਾ ਦਿੱਤੀ ਗਈ ਆ। ਇੱਧਰ ਤੁਸੀਂ ਦੇਖੋ ਕਿ ਇੱਕ ਸਾਈਡ ਦੀ ਜਿਹੜੀ ਲਾਈਟ ਆ ਉਹ ਜਗਾ ਦਿੱਤੀ ਆ, ਪਰ ਦੂਜੇ ਪਾਸੇ ਦੀ ਜਿਹੜੀ ਹਜੇ ਲਾਈਟ ਆ ਵੱਡੀ, ਤਾਂ ਕਿਤੇ ਨਾ ਕਿਤੇ ਵੱਡੀ ਪਰੇਸ਼ਾਨੀ ਆ। ਹਾਲਾਂਕਿ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਇਹ ਟੋਲ ਪਲਾਜ਼ਾ, ਕਿਉਂਕਿ ਹਨੇਰ ਘੁੱਪ ਹੋਣ ਤੋਂ ਬਾਅਦ ਇੱਥੇ ਕੁਝ ਵੀ ਦਿਖਾਈ ਨਹੀਂ ਦਿੰਦਾ। ਅਗਰ ਕੋਈ ਵੀ ਵਹੀਕਲ ਇੱਥੇ ਆਉਂਦਾ ਹੈ ਜਾਂ ਇੱਥੋਂ ਦੀ ਵਹੀਕਲ ਲੰਘਦਾ ਹੈਗਾ ਹੈ, ਤਾਂ ਪਰ ਗੱਲ ਕਰੀਏ ਦੂਜੇ ਪਾਸੇ ਕਿ ਇਸ ਪਾਸੇ ਜਿਹੜੀ ਲਾਈਟ ਹੈਗੀ ਆ ਉਹ ਇਹਨਾਂ ਵੱਲੋਂ, ਟੋਲ ਪਲਾਜ਼ੇ ਵਾਲਿਆਂ ਵੱਲੋਂ ਜਗਾ ਦਿੱਤੀ ਗਈ ਆ। ਹਾਲਾਂਕਿ ਇੱਕ ਪਾਸੇ ਦੀ ਲਾਈਟ ਹਜੇ ਵੀ ਬੰਦ ਹੈਗੀ ਆ। ਕੋਸ਼ਿਸ਼ ਜਿਹੜੀ ਹੈਗੀ ਆ ਇਹ ਲਗਾਤਾਰ ਜਿਹੜੀਆਂ ਯੂਨੀਅਨਾਂ ਹੈਗੀਆਂ ਉਹ ਕਰਦੀਆਂ ਦਿਖਾਈ ਦਿੰਦੀਆਂ। ਬਾਕੀ ਇੱਥੋਂ ਦੇ ਜਿਹੜੇ ਪ੍ਰਬੰਧਕ ਹੈਗੇ ਆ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਆ ਕਿ ਆਖਿਰਕਾਰ ਕੀ ਮਸਲਾ ਹੈਗਾ, ਕੀ ਕਾਰਨ ਹੈਗਾ, ਕਿਉਂ ਟੋਲ ਸਾਰਾ ਦਿਨ ਬੰਦ ਰਿਹਾ ਹੈਗਾ, ਸਿਮਰਜੀਤ ਜੀ ਤੁਹਾਡਾ ਨਾਮ ਆ ਸਰ? ਸਤਿ ਸ਼੍ਰੀ ਅਕਾਲ ਜੀ ਸਰ, ਕੀ ਮਸਲਾ ਹੈਗਾ? ਅੱਜ ਤਾਂ ਹਨੇਰਾ ਹੀ ਹਨੇਰਾ ਦਿਖ ਰਿਹਾ, ਅੱਗੇ ਤਾਂ ਹਰ ਰੋਜ਼ ਚਾਨਣ ਹੁੰਦਾ ਇੱਥੇ ਬਹੁਤ ਜ਼ਿਆਦਾ। ਹਨੇਰਾ ਇਸ ਕਰਕੇ ਹੋਇਆ ਕਿਉਂਕਿ ਅੱਜ ਥੋੜਾ ਜਿਹਾ ਬਹੁਤ ਵਿਵਾਦ ਜਿਹਾ ਇਹਨਾਂ ਦਾ ਹੋਇਆ ਹੈਗਾ, ਜਿਸ ਵਜ੍ਹਾ ਨਾਲ ਸਾਨੂੰ ਕਿਸੇ ਕਾਰਨ ਕਰਕੇ ਅਸੀਂ ਜਨਰੇਟਰ ਦੇ ਵਿੱਚ ਡੀਜੀ ਦੇ ਵਿੱਚ ਜਿਹੜਾ ਤੇਲ ਪੈਂਦਾ ਹੈ ਉਹਦਾ ਇੰਤਜ਼ਾਮ ਨਹੀਂ ਕਰ ਪਾਏ ਹੈਗੇ। ਇਹਨਾਂ ਨੇ ਸਾਨੂੰ ਬੜਾ ਉਲਝਾ ਕੇ ਰੱਖਿਆ ਹੈਗਾ। ਇੱਥੇ ਅੱਜ ਤਹਿਸੀਲਦਾਰ ਸਾਹਿਬ ਵੀ ਆਏ ਸੀਗੇ, ਡੀਐਸਪੀ ਸਾਹਿਬ ਵੀ ਸੀਗੇ, ਐਸਐਚਓ ਸਾਹਿਬ ਵੀ ਸੀਗੇ, ਤੇ ਇਸ ਕਰਕੇ ਹੁਣੇ ਮੈਂ ਜਸਟ ਤੁਹਾਡੇ ਆਉਣ ਤੋਂ ਪਹਿਲਾਂ ਸ਼ਾਇਦ ਜਦੋਂ ਤੁਸੀਂ ਆਏ ਹੋ ਤੁਸੀਂ ਦੇਖਿਆ ਹੋਏਗਾ ਕਿ ਮੈਂ ਆਪਣੀ ਗੱਡੀ ਦੇ ਵਿੱਚ ਪਰਸਨਲ ਜਾ ਕੇ ਡੀਜ਼ਲ ਲਿਆ ਕੇ ਪਵਾਇਆ ਤੇ ਲਾਈਟ ਆਨ ਕਰਵਾ ਰਿਹਾ, ਪਰ ਇਹ ਲਾਈਟ ਵੀ ਆਨ ਹੋ ਰਹੀ ਹੈ। ਮੈਨੂੰ ਵੀ ਪਤਾ ਹੈ ਕਿ ਇੱਥੇ ਰਾਤ ਨੂੰ ਕੋਈ ਹਾਦਸਾ ਵਾਪਰ ਸਕਦਾ ਹੈ, ਔਰ ਇਸ ਚੀਜ਼ ਦੀ ਗੱਲ ਮੇਰੀ ਇਹਨਾਂ ਨਾਲ ਸ਼ਾਮ ਨੂੰ ਹੀ ਹੋਈ ਹੈ। ਮੈਂ ਇਹਨਾਂ ਨੂੰ ਦੱਸਿਆ ਸੀਗਾ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ ਹੈ, ਕਿਉਂਕਿ ਮੈਨੂੰ ਰਾਤ ਨੂੰ ਬਿਜਲੀ ਦਾ ਵੀ ਇੰਤਜ਼ਾਮ ਕਰਨਾ ਹੈ ਤਾਂ ਕਿ ਕਿਸੇ ਨੂੰ ਹਾਦਸਾ ਨਾ ਹੋ ਜਾਏ, ਕਿਉਂਕਿ ਹਨੇਰਾ ਹੋ ਜਾਂਦਾ। ਇਹ ਰੋਡ ਦੇ ਉੱਤੇ ਸਟਰੀਟ ਲਾਈਟ ਨਹੀਂ ਲੱਗੀ ਹੋਈ ਤੇ ਹਨੇਰਾ ਨਾ ਹੋਵੇ, ਇਸ ਕਰਕੇ ਮੈਨੂੰ ਵੱਡੀਆਂ ਲਾਈਟਾਂ ਜਲਵਾਉਣੀਆਂ ਪੈਣੀਆਂ ਨੇ। ਇਹ ਚੀਜ਼ ਮੇਰੀ ਇਹਨਾਂ ਨਾਲ ਪਹਿਲੀ ਗੱਲ ਹੋ ਗਈ ਸੀ। ਔਰ ਹੁਣ ਡੀਜ਼ਲ ਆ ਗਿਆ, ਡੀਜੀ ਚੱਲ ਰਿਹਾ, ਕਿਉਂਕਿ ਸਪਲਾਈ ਨਹੀਂ ਹੈ, ਕਣਕਾਂ ਕਰਕੇ ਕੱਟ ਦਿੰਦੇ ਆ ਪਿੱਛੋਂ ਦੀ, ਤੇ ਹੁਣ ਡੀਜੀ ਚੱਲ ਪਿਆ ਹੈਗਾ ਤੇ ਲਾਈਟਾਂ ਆਨ ਹੋ ਰਹੀਆਂ ਨੇ। ਅੱਛਾ, ਇਹ ਸਵੇਰ ਦੇ ਬੈਠੇ ਆ, ਸਵੇਰ ਤੋਂ ਟੋਲ ਬੰਦ ਪਿਆ, ਲੋਕ ਫ੍ਰੀ ਲੰਘ ਰਹੇ ਆ, ਕੀ ਕਾਰਨ ਹੈ ਇਹੋ ਜੀ? ਕਿਹੜੀ ਵੱਡੀ ਮੁਸ਼ਕਲ ਆ ਗਈ ਆ ਕਿ ਟੋਲ ਇਹਨਾਂ ਨੂੰ ਬੰਦ ਕਰਨਾ ਪੈ ਗਿਆ, ਟੋਲ ਤੇ ਆ ਕੇ ਬਹਿ ਗਏ ਆ, ਤੇ ਤੁਹਾਡੀ ਇੰਨੀ ਕਿੱਡੀ ਕੁ ਵੱਡੀ ਮੁਸ਼ਕਲ ਬਣ ਗਈ ਕਿ ਉਹਨਾਂ ਦੀ ਜਿਹੜੀ ਮੰਗ ਆ ਉਹ ਵੀ ਨਹੀਂ ਸੁਣੀ ਗਈ, ਤੇ ਉਸ ਤੋਂ ਬਾਅਦ ਟੋਲ ਲਗਾਤਾਰ ਫ੍ਰੀ ਲੰਘ ਰਹੀਆਂ ਹਜੇ ਗੱਡੀਆਂ ਸਵੇਰ ਤੋਂ ਲੈ ਕੇ ਹੁਣ? ਸਵੇਰੇ 10:30 ਵਜੇ ਤੋਂ ਟੋਲ ਜਿਹੜਾ ਹੈਗਾ ਇਹ ਫ੍ਰੀ ਕੀਤਾ ਹੋਇਆ ਇਹਨਾਂ ਨੇ,
ਔਰ ਇਹਨਾਂ ਨੇ ਸ਼ਾਂਤਮਈ ਪ੍ਰਦਰਸ਼ਨ ਆਪਣਾ ਸ਼ੁਰੂ ਕੀਤਾ। ਇਹ ਜਦੋਂ ਆਏ ਹੈ ਇਹਨਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਕੀ ਗੱਲ ਹੋਈ ਹੈ, ਇਹੋ ਜਿਹੇ ਕੀ ਕਾਰਨ ਹੈ ਕਿ ਤੁਸੀਂ ਇੱਥੇ ਧਰਨਾ ਦੇਣ ਬੈਠੇ ਹੋ। ਤੇ ਇਹਨਾਂ ਨੇ ਕਿਹਾ ਕਿ ਅਸੀਂ ਡੀਸੀ ਸਾਹਿਬ ਦੇ ਅੱਗੇ ਇੱਕ ਆਲਰੇਡੀ ਇੱਕ ਆਪਣਾ ਮੰਗ ਪੱਤਰ ਦਿੱਤਾ ਹੈਗਾ, ਜਿਹਦੇ ਵਿੱਚ ਇਹਨਾਂ ਨੇ ਲਿਖਤੀ ਤੌਰ ਤੇ ਦਿੱਤਾ ਸੀ ਕਿ ਅਸੀਂ 6 ਤਰੀਕ ਬੁੱਧਵਾਰ ਨੂੰ ਇੱਥੇ ਧਰਨਾ ਦੇਵਾਂਗੇ, ਜਿਹਦੀ ਜ਼ਿੰਮੇਵਾਰੀ ਟੋਲ ਪਲਾਜ਼ਾ ਮੈਨੇਜਰ ਦੀ ਜਾਂ ਫਿਰ ਉੱਪਰ ਦੇ ਅਫਸਰਾਂ ਦੀ ਹੋਏਗੀ। ਬਟ ਇਹ ਚਿੱਠੀ ਮੇਰੇ ਕੋਲ ਨਹੀਂ ਪਹੁੰਚੀ, ਨਾ ਮੈਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਪਾਸ ਔਨ ਕੀਤੀ ਹੈ ਤੇ ਨਾ ਕੁਝ ਕੀਤਾ ਹੈ। ਸਿੱਧਾ ਆਏ ਹੈ, ਆ ਕੇ ਚੁੱਪ ਕਰਕੇ ਇਹਨਾਂ ਨੇ ਸ਼ਾਂਤਮਈ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਵੀ ਕੀ ਕਾਰਨ ਹੈ, ਦੱਸੋ ਮਾੜਾ ਜਿਹਾ। ਇਹਨਾਂ ਨੇ ਮੈਨੂੰ ਇੱਕੋ ਹੀ ਕਾਰਨ ਰੱਖਿਆ ਮੇਰੇ ਅੱਗੇ। ਉਹ ਕਾਰਨ ਇਹ ਜਿਹੜਾ ਸਾਹਮਣੇ ਆਇਆ ਹੈਗਾ, ਉਹ ਆਇਆ ਹੈਗਾ, ਇਹ ਕਹਿੰਦੇ ਹੈਗੇ ਕਿ ਜਿਹੜੇ ਸਰਕਾਰ ਦਾ ਰੂਲ ਹੈ 70 ਰੁਪਏ ਦਾ, ਯਾਨੀ ਕਿ ਜੇਕਰ ਫਾਸਟੈਗ ਨਹੀਂ ਲੱਗਾ, ਸਰਕਾਰ ਨੇ ਫਾਸਟੈਗ ਨੂੰ ਮੈਂਡੇਟਰੀ ਕਰ ਦਿੱਤਾ ਹੈਗਾ, ਇੱਕ ਜ਼ਰੂਰੀ ਕਰਤਾ ਕਿ ਹਰ ਗੱਡੀ ਤੇ ਹੋਣਾ ਚਾਹੀਦਾ ਹੈ। ਤੇ ਜੇਕਰ ਫਾਸਟੈਗ ਨਹੀਂ ਲੱਗਾ ਤੇ ਤੁਹਾਨੂੰ 35 ਰੁਪਏ ਦੀ ਬਜਾਏ ਡਬਲ ਪੈਨਲਟੀ ਐਸ ਪਰ ਕੈਟਾਗਰੀ ਕਾਰ ਦੀ, ਚਾਹੇ ਕਾਰ ਹੈ। ਕੈਸ਼ ਵਾਲੀ ਲਾਈਨ ਨਹੀਂ ਹੋ ਸਕਦੀ? ਸਰਕਾਰ ਸਾਰੇ ਪਾਸੇ ਕੈਸ਼ ਵਾਲੀ ਲਾਈਨਾਂ ਬੰਦ ਕਰ ਰਹੀ ਹੈ। ਉਹ ਇਹ ਸਰਕਾਰ ਦੀ ਹਦਾਇਤ ਆ ਕੈਸ਼ ਵਾਲੀ ਲਾਈਨ ਬੰਦ ਕਰ। ਬਿਲਕੁਲ ਸਹੀ ਹੈ, ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ। ਨਵਾਂ ਟੋਲ ਪਲਾਜ਼ਾ ਹੈਗਾ, ਪਹਿਲੀ ਵਾਰੀ ਚਾਲੂ ਹੋਇਆ ਹੈਗਾ। ਅਸੀਂ ਆ ਕੇ ਇਸ ਨੂੰ ਸਟਾਰਟ ਕੀਤਾ ਹੈਗਾ 22 ਫਰਵਰੀ ਨੂੰ। ਤਦ ਤੋਂ ਲੈ ਕੇ ਹੁਣ ਤੱਕ ਤੁਸੀਂ ਚਾਹੇ ਉੱਥੇ ਖੜੇ ਹੋ ਕੇ ਨਜ਼ਰ ਮਾਰ ਸਕਦੇ ਹੋ, ਇੱਕ ਵੀ ਲਾਈਨ ਦੇ ਉੱਤੇ ਕੈਸ਼ ਲਾਈਨ ਨਹੀਂ ਹੈ। ਇਹ ਸਰਕਾਰ ਦੀ ਹਦਾਇਤ ਹੈ, ਇਹ ਕੰਮ ਤਾਂ ਸਾਰਾ ਸਰਕਾਰ ਹੀ ਕਰਵਾ ਰਹੀ ਹੈ। ਪਲਾਜ਼ਾ ਸਰਕਾਰ ਨੇ ਖੜਾ ਕੀਤਾ ਹੈਗਾ, ਜਿਹੜੇ ਇੱਥੇ ਟੈਗਸ ਲੱਗੇ ਨੇ, ਚਾਹੇ ਫਾਸਟ ਟੈਗ ਲੱਗਿਆ, ਚਾਹੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਲਾਈਨ ਹੈਗੀਆਂ ਨੇ, ਇੱਧਰ 4 ਲਾਈਨਾਂ ਉਧਰ ਨੇ, ਹਰ ਇੱਕ ਦੇ ਉੱਤੇ ਕਾਰਡਾ ਉਤਾਰ ਕੇ ਫਾਸਟ ਟੈਗ ਲਗਾਇਆ ਗਿਆ ਕਿ ਵੀ ਇੱਥੇ ਕੈਸ਼ ਦਾ ਮਤਲਬ ਤਾਂ ਇਹ ਹੋਇਆ ਵੀ ਜਿਹੜੀ ਮੰਗ ਉਹ ਕਰ ਰਿਹਾ ਉੱਥੇ ਖੜ ਕੇ ਰੋਡ ਤੇ ਵੀ ਸਾਨੂੰ ਕੈਸ਼ ਲਾਈਨ ਦਿੱਤੀ ਜਾਵੇ। ਇਹਦਾ ਮਤਲਬ ਜੇ ਸਰਕਾਰ ਦੀ ਹਦਾਇਤ ਹੈਗੀ ਆ ਫਿਰ ਉਸ ਮੁਤਾਬਕ ਤਾਂ ਕੈਸ਼ ਲਾਈਨ ਲੱਗ ਹੀ ਨਹੀਂ ਸਕਦੀ। ਕੈਸ਼ ਲਾਈਨ ਬਿਲਕੁਲ ਨਹੀਂ ਲੱਗ ਸਕਦੀ ਹੈਗੀ, ਬਿਲਕੁਲ ਸਹੀ ਕਹਿ ਰਹੇ ਹੋ। ਔਰ ਇੱਕ ਗੱਲ ਹੋਰ ਵੀ ਹੈ ਇਹਦੇ ਵਿੱਚ, ਕੈਸ਼ ਲਾਈਨ ਕਿਉਂ ਬੰਦ ਕੀਤੀ ਜਾ ਰਹੀ ਹੈ? ਤਾਂ ਕਿ ਜਿਹੜਾ ਇਹ ਬਲੈਕ ਮਨੀ ਹੁੰਦਾ, ਜਿਹੜਾ ਆਪਾਂ ਕੈਸ਼ ਦਿੰਦੇ ਆ, ਉਹ ਇੱਕ ਤਰ੍ਹਾਂ ਦਾ ਬਲੈਕ ਮਨੀ ਅਕਾਊਂਟ ਹੁੰਦਾ। ਕੈਸ਼ ਕਿਉਂ ਰੱਖਿਆ ਜਾਂਦਾ ਹੈ? ਅਕਾਊਂਟ 'ਚ ਫਾਸਟੈਗ 'ਚ ਪਾਓ, ਫਾਸਟੈਗ 'ਚੋਂ ਕਟਵਾਓ, 35 ਰੁਪਏ ਕੱਟਣਗੇ। ਕੈਸ਼ ਤੁਸੀਂ ਦੇਣਾ ਚਾਹੁੰਦੇ ਹੋ, ਅਸੀਂ ਫਿਰ ਵੀ ਸਰਕਾਰ ਨੇ ਸਾਨੂੰ ਹਦਾਇਤ ਦੇ ਰੱਖੀ, ਅਸੀਂ ਮਨਾ ਨਹੀਂ ਕਰ ਰਹੇ, ਬਟ ਉਹ ਡਬਲ ਪੈਨਲਟੀ ਨਾਲ ਜਾਏਗਾ। 70 ਰੁਪਏ ਜਾਏਗਾ, ਤੁਸੀਂ 70 ਰੁਪਏ ਦਿਓ, ਤੁਸੀਂ ਜਾ ਸਕਦੇ ਹੋ। ਇਹ ਕਹਿ ਰਹੇ ਨੇ ਕਿ ਅਸੀਂ 70 ਨਹੀਂ ਦੇਣੇ, ਅਸੀਂ 35 ਰੁਪਏ ਹੀ ਦੇਣੇ ਆ, ਔਰ 35 ਰੁਪਏ ਦੀ ਸਾਨੂੰ ਤੁਸੀਂ ਪਰਚੀ ਦਿਓਗੇ। ਬਟ ਸਿਸਟਮ ਜਿਹੜਾ ਕਨਫੀਗਰੇਸ਼ਨ ਕਰਕੇ ਦਿੱਤਾ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ, ਉਹ ਹੈਗਾ ਸਿਰਫ 70 ਰੁਪਏ ਦੇ ਹਿਸਾਬ ਨਾਲ। ਉਹਦੇ ਚੋਂ ਅਸੀਂ 35 ਰੁਪਏ ਦੀ ਪਰਚੀ ਕੱਢ ਹੀ ਨਹੀਂ ਸਕਦੇ, ਕਿਉਂਕਿ ਸਿਸਟਮ ਉਹਨਾਂ ਦਾ ਹੈ, ਸਰਕਾਰ ਦਾ ਸਿਸਟਮ ਹੈ। ਗਵਰਨਮੈਂਟ ਨੇ ਜੋ ਹਿਦਾਇਤਾਂ ਦਿੱਤੀਆਂ ਨੇ, ਜੋ ਕਨਫੀਗਰੇਸ਼ਨ ਕਰਕੇ ਦਿੱਤੀ ਹੈ, ਜੋ ਇੱਥੇ ਸਿਸਟਮ ਸੈਟਅਪ ਕਰਕੇ ਦਿੱਤਾ ਹੈ, ਅਸੀਂ ਉਹਨਾਂ ਤੋਂ ਬਾਹਰ ਤਾਂ ਚੱਲ ਨਹੀਂ ਸਕਦੇ। ਹੁਣ ਇਹੀ ਚੀਜ਼ ਇਹਨਾਂ ਨੂੰ ਸਮਝਾਈ, ਦੱਸੀ, ਬਟ ਇਹ ਨਹੀਂ ਮੰਨੇ। ਫਿਰ ਇਹਨਾਂ ਕੋਲ ਇੱਕ ਮੈਸੇਜ ਵੀ ਆਇਆ ਅੱਜ, ਇਨਫੈਕਟ ਡੀਸੀ ਸਰ ਨੇ ਇਹਨਾਂ ਨੂੰ ਮੈਸੇਜ ਭਿਜਵਾਇਆ ਸੀਗਾ ਕਿ ਤੁਸੀਂ ਅੱਜ ਧਰਨਾ ਨਾ ਦਿਓ ਤੇ ਕੱਲ ਨੂੰ ਤੁਸੀਂ ਮੇਰੇ ਕੋਲ ਆ ਜਾਓ ਸਾਰੇ ਜਣੇ, ਅਸੀਂ ਬੈਠ ਕੇ ਇਹਦੇ ਉੱਤੇ ਨੈਸ਼ਨਲ ਹਾਈਵੇ ਤੋਂ ਬੰਦੇ ਬੁਲਾ ਲੈਣੇ, ਉਹਨਾਂ ਨਾਲ ਬੈਠ ਕੇ ਜਿਹੜੀ ਵੀ ਟੀਮ ਹੋਏਗੀ ਉਹਨਾਂ ਦੀ ਆ ਕੇ ਬੈਠ ਕੇ ਮੀਟਿੰਗ ਕਰਾਂਗੇ, ਜੋ ਵੀ ਡਿਸੀਜਨ ਨਿਕਲੇਗਾ ਤੁਹਾਡੇ ਅੱਗੇ ਰੱਖਿਆ ਜਾਏਗਾ। ਉਸ ਤੋਂ ਬਾਅਦ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕਰਨਾ ਕਰ ਸਕਦੇ ਹੋ, ਜਾਂ ਫਿਰ ਤੁਹਾਡਾ ਮਸਲਾ ਹੱਲ ਹੋ ਜਾਏਗਾ। ਪਰ ਇਹਨਾਂ ਨੇ ਮੈਨੂੰ ਸਾਫ਼ ਕਹਿ ਦਿੱਤਾ ਕਿ ਅਸੀਂ ਨਹੀਂ ਜਾਵਾਂਗੇ, ਜੋ ਮਰਜ਼ੀ ਹੋ ਜਾਏ, ਡੀਸੀ ਸਰ ਇੱਥੇ ਆਣਗੇ, ਅਸੀਂ ਡੀਸੀ ਸਰ ਕੋਲ ਨਹੀਂ ਜਾਵਾਂਗੇ। ਹੁਣ ਅੱਛਾ, ਦੂਸਰੀ ਮੰਗ ਇਹਨਾਂ ਨੇ ਇਹ ਰੱਖੀ ਜਿਹੜੀ ਅੱਜ ਤਹਿਸੀਲਦਾਰ ਜਦੋਂ ਆਏ ਸੀ ਇੱਥੇ, ਵੀ ਸਾਡੀਆਂ 2 ਮੰਗਾਂ ਅੱਜ ਮੰਨ ਲਓ ਅਸੀਂ ਧਰਨਾ ਚੱਕ ਲੈਣਾ। ਦੂਜੀ ਮੰਗ ਸੀ ਵੀ ਆਸ-ਪਾਸ ਦੇ ਜਿਹੜੇ ਪਿੰਡ ਆ ਉਹ ਫ੍ਰੀ ਕਰ ਦਿਓ। ਕੋਈ ਲਾਅ ਹੈ ਪਿੰਡਾਂ ਨੂੰ ਫ੍ਰੀ ਕਰਨ ਦਾ? ਇਹਨਾਂ ਨੇ ਜਿਹੜੀ ਮੰਗ ਰੱਖੀ ਹੈ, ਦੂਸਰੀ ਮੰਗ, ਇੱਕ ਤਾਂ ਤੁਹਾਨੂੰ ਮੈਂ ਕਲੀਅਰ ਕਰ ਦਿੱਤੀ 35 ਔਰ 70 ਰੁਪਏ ਵਾਲੀ। ਜਿਹੜੀ ਦੂਸਰੀ ਮੰਗ ਇਹਨਾਂ ਨੇ ਮੰਗੀ ਹੈਗੀ ਆ, ਉਹ ਇਹ ਕਹਿ ਰਿਹਾ ਕਿ 20 ਕਿਲੋਮੀਟਰ ਦੇ ਦਾਇਰੇ 'ਚ ਜਿੰਨੇ ਪਿੰਡ ਆਉਂਦੇ ਨੇ ਉਹ ਫ੍ਰੀ ਕਰ ਦਿਓ। ਇਹ ਟੋਲ ਪਲਾਜ਼ਾ ਜਿਹੜੀ ਸਟਰੈਂਥ ਹੈਗੀ ਆ, ਉਹ ਸਟ੍ਰੈਚ ਜਿਹੜੀ ਟੋਟਲ ਹੈਗੀ ਆ, ਉਹ 23 ਕਿਲੋਮੀਟਰ ਦੀ ਸਟ੍ਰੈਚ ਹੈ। ਜੇ ਸਰਕਾਰ ਨੇ 20 ਕਿਲੋਮੀਟਰ ਦੇ ਪਿੰਡ ਫ੍ਰੀ ਕਰ ਦਿੱਤੇ ਤੇ ਇਹ ਟੋਲ ਬਣਾਉਣ ਦਾ ਕੋਈ ਮਤਲਬ ਨਹੀਂ ਹੋਇਆ। 2 ਕਰੋੜ ਰੁਪਏ ਟੋਲ ਤੇ ਲੱਗਿਆ, 200 ਕਰੋੜ ਰੋਡ ਤੇ ਲੱਗਿਆ। ਅੰਦਾਜ਼ਨ ਅਮਾਉਂਟ ਦੱਸ ਰਿਹਾ, ਅਮਾਉਂਟ ਦਾ ਮੈਨੂੰ ਵੀ ਨਹੀਂ ਪਤਾ, ਮੈਂ ਹਿਸਾਬ ਸੇ ਲਾ ਕੇ ਰਿਹਾ। ਸਰਕਾਰ ਇੰਨਾ ਪੈਸਾ ਲਗਾ ਕੇ ਇੱਕ ਟੋਲ ਟੈਕਸ ਬਣਾਏਗੀ, 23 ਕਿਲੋਮੀਟਰ ਦਾ ਸਟ੍ਰੈਚ ਬਣਾਏਗੀ ਤੇ ਉਹਦੇ ਵਿੱਚ 20 ਕਿਲੋਮੀਟਰ ਫ੍ਰੀ ਕਰ ਦੇਗੀ। ਸਰਕਾਰ ਨੇ ਰੈਗੂਲੇਸ਼ਨ ਰੱਖੀ ਹੈ ਕਿ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਦਾ ਪਾਸ ਬਣਾਇਆ ਜਾਏ 315 ਰੁਪਏ ਦਾ ਮੰਥਲੀ ਕਾਰ ਦਾ, ਜਿਹੜੀਆਂ ਛੋਟੀਆਂ ਆਪਣੀਆਂ ਅਨਲਿਮਿਟਿਡ ਉਹਦੇ ਚੋਂ ਲੰਘ ਸਕਦੇ, ਅਨਲਿਮਿਟਿਡ ਬਾਰ 9999 ਕਾਊਂਟ ਉਹਦੇ ਚ ਪਾਏ ਜਾਂਦੇ ਨੇ ਜਿਹੜੇ ਸਿਸਟਮ ਦੇ ਵਿੱਚ, ਤਾਂ ਕਿ ਪਰ ਉਹਦੇ ਵਿੱਚ ਵੀ ਇੱਕ ਸ਼ਰਤ ਹੈ ਕਿ ਗੱਡੀ ਤੇ ਫਾਸਟ ਟੈਗ ਲੱਗਾ ਹੋਣਾ ਜ਼ਰੂਰੀ ਹੈ, ਕਿਉਂਕਿ ਉਹ ਜਿਹੜੇ ਪੈਸੇ ਹੈ 2 ਨੰਬਰ ਚ ਨਾ ਜਾਣ, ਉਹ ਸਿਸਟਮ ਦੇ ਵਿੱਚ ਜਾਣਗੇ, ਫਾਸਟ ਟੈਗ ਨਾਲ ਲਿੰਕ ਹੋਣਗੇ ਤੇ ਇਹ ਕਿਸੇ ਮਰਜ਼ੀ ਲੇਨ ਚ ਪਾ ਲੈਣ, ਆਟੋਮੈਟਿਕਲੀ ਸਿਸਟਮ ਰੀਡ ਕਰ ਲੈਂਦਾ ਹੈਗਾ ਕਿ ਇਹ ਜਿਹੜਾ ਫਾਸਟ ਟੈਗ ਤੋਂ ਪਾਸ ਬਣਿਆ ਹੋਇਆ ਹੈਗਾ। ਮਤਲਬ ਫਾਸਟ ਟੈਗ ਦੇ ਨਾਲ ਪਾਸ ਅਟੈਚ ਹੋਇਆ ਹੋਇਆ। ਉਹ ਪੈਸਾ ਜਿਹੜਾ ਇਹ ਦੇਣਗੇ, ਚਾਹੇ ਉਹ ਕੈਸ਼ 'ਚ ਦੇ ਰਹੇ ਨੇ, ਚਾਹੇ ਉਹ ਗੂਗਲ ਪੇ ਕਰ ਰਹੇ ਨੇ ਕੰਪਨੀ ਦੇ ਅਕਾਊਂਟ ਦੇ ਵਿੱਚ, ਜਾਂ ਕਿਸ ਤਰ੍ਹਾਂ ਵੀ ਕਰ ਰਹੇ ਨੇ, ਜੋ ਵੀ ਹੈ ਮੋਡ ਇਹਨਾਂ ਦਾ ਪੇਮੈਂਟ ਦਾ, ਉਹ ਸਿਸਟਮ ਨਾਲ ਲਿੰਕ ਹੋਏਗਾ ਤੇ ਉਹ ਪੈਸਾ ਕਿਤੇ ਜਾਏਗਾ ਨਹੀਂ। ਪਰ ਲਾਸਟ ਇਹ ਦੱਸੋ ਤੁਸੀਂ ਵੀ ਇਹਨਾਂ ਦਾ ਹੱਲ ਕੀ ਆ, ਕਿਉਂਕਿ ਹੱਲ ਕਰਨ ਦੇ ਲਈ ਅਸੀਂ ਵੀ ਇੱਥੇ ਪਹੁੰਚੇ ਆ ਵੀ ਹੱਲ ਹੋਏ, ਜਿਹੜੇ ਲੋਕ ਪਰੇਸ਼ਾਨ ਹੋ ਰਹੇ ਇੱਥੋਂ ਲੰਘਣ ਵਾਲੇ, ਉਹਨਾਂ ਦੀ ਪਰੇਸ਼ਾਨੀ ਨਾ ਹੋਵੇ, ਇਹ ਵੀ ਨਾ ਪਰੇਸ਼ਾਨ ਹੋਣ, ਤੁਸੀਂ ਵੀ ਨਾ ਹੋਵੋ। ਇਹਦਾ ਹੱਲ ਕੀ ਹੋ ਸਕਦਾ ਤੁਹਾਡੇ? ਦੇਖੋ ਜੀ, ਪਰੇਸ਼ਾਨੀ ਤਾਂ ਇੱਥੇ ਤੱਕ ਪਹੁੰਚੀ ਹੋਈ ਹੈਗੀ। ਇਨਫੈਕਟ ਅਸੀਂ ਆਪ ਥੋੜਾ ਜਿਹਾ ਪਰੇਸ਼ਾਨ ਹੈਗੇ, ਕਿਉਂਕਿ ਮੇਰੇ ਕੋਲ ਇੱਥੇ ਫੀਮੇਲ ਸਟਾਫ ਹੈ, ਈਵਨ ਮੇਰੀ ਖੁਦ ਦੀ ਫੈਮਿਲੀ, ਮੇਰੀ ਵਾਈਫ ਵੀ ਇੱਥੇ ਹੈਗੀ। ਅਸੀਂ ਲੋਕ ਪਰੇਸ਼ਾਨ ਆ ਕਿ ਰਾਤ ਨੂੰ ਇਹਨਾਂ ਨੇ ਖੁਦ ਆਪਣੇ ਮੂੰਹ ਤੋਂ ਬੋਲਿਆ ਕਿ ਸਾਡੇ ਹੋਰ ਪਿੰਡਾਂ 'ਚ ਅਸੀਂ ਆਵਾਜ਼ ਦਿੱਤੀ ਹੈ, ਉਹ ਇਕੱਠੇ ਹੋ ਰਹੇ ਨੇ ਤੇ ਮੁੰਡੀਰ ਵੀ ਹੈ ਵਿੱਚ, ਕੁਝ ਸ਼ਰਾਰਤੀ ਅਨਸਰ ਵੀ ਹੋ ਸਕਦੇ ਨੇ, ਤੇ ਤੁਸੀਂ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬੂਥਾਂ ਦੇ ਵਿੱਚੋਂ ਦੀ ਆਪਣਾ ਕੀਮਤੀ ਸਮਾਨ ਕੱਢ ਲਓ। ਤੇ ਜੇ ਇਹ ਮੈਨੂੰ ਇੱਥੇ ਤੱਕ ਕਹਿ ਸਕਦੇ ਨੇ ਤੇ ਅੰਦਰ ਕੋਈ ਵੀ ਵੜ ਸਕਦਾ। ਜੇ ਅੰਦਰ ਵੜ ਸਕਦੇ ਤੇ ਫਿਰ ਮੇਰੇ ਵਾਸਤੇ ਤਾਂ ਰਿਸਕ ਹੈ, ਤੇ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਕੌਣ ਜਵਾਬ ਦੇਵੇਗਾ?
ਮੈਂ ਇਹਨਾਂ ਨੂੰ ਸਿਰਫ ਅਰਜ਼ ਬੇਨਤੀ ਇਹੀ ਕੀਤੀ ਸੀ, ਥੋੜੀ ਦੇਰ ਪਹਿਲੇ ਵੀ ਕੀਤੀ ਸੀ, ਹੁਣ ਵੀ ਕਰ ਰਹੇ ਹਾਂ ਔਰ ਇਹੀ ਕਰਦਾ ਰਵਾਂਗਾ ਕਿ ਡੀਸੀ ਸਾਹਿਬ ਅੱਗੇ ਆਪਾਂ ਮੀਟਿੰਗ ਕਰਦੇ ਹਾਂ, ਜਿੱਥੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੋਂ ਟੀਮ ਆਏਗੀ ਪ੍ਰੋਪਰ, ਅਸੀਂ ਵੀ ਚੱਲਾਂਗੇ ਤੁਹਾਡੇ ਨਾਲ, ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਆਪ ਜਾਵਾਂਗੇ, ਜਾ ਕੇ ਉੱਥੇ ਬੈਠਾਂਗੇ, ਟਾਈਮ ਲੈ ਕੇ ਮੀਟਿੰਗ ਕਰਕੇ ਜੋ ਵੀ ਉੱਥੇ ਤੁਹਾਡਾ ਹਿੱਲਾ ਨਿਕਲਦਾ ਹੈ, ਜੋ ਵੀ ਹੱਲ ਹੋਏਗਾ ਉਹ ਤੁਹਾਨੂੰ ਮਿਲੇਗਾ, ਤੁਹਾਨੂੰ ਪਸੰਦ ਹੋਏਗਾ ਬਹੁਤ ਵਧੀਆ ਗੱਲ ਹੈਗੀ, ਨਹੀਂ ਪਸੰਦ ਹੋਏਗਾ, ਜੇ ਤੁਸੀਂ ਆਪਣਾ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਕਰ ਸਕਦੇ ਹੋ, ਪਰ ਬਿਨਾਂ ਦੱਸੇ, ਬਿਨਾਂ ਕਿਸੇ ਨੂੰ ਤੁਸੀਂ ਇੰਟੀਮੇਟ ਕੀਤੇ ਆ ਕਰਕੇ ਟੋਲ ਪਲਾਜ਼ਾ ਦੇ ਉੱਤੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਔਰ ਉਸ ਤੋਂ ਬਾਅਦ ਅਗਲੇ ਨੂੰ ਅੱਗੇ ਦੀ ਮੰਗਾਂ ਰੱਖ ਰਹੇ ਹੋ, ਤੇ ਇਹ ਮੈਨੂੰ ਜਾਇਜ਼ ਜਾਂ ਨਹੀਂ ਲੱਗਦਾ। ਇੱਕ ਲਾਸਟ ਵੀ ਮੀਟਿੰਗ ਹੋਈ ਸੀ ਡੀਸੀ ਦੇ ਨਾਲ, ਉਹਦੇ 'ਚ ਕੋਈ ਹੱਲ ਨਿਕਲਿਆ ਕਿ ਨਹੀਂ ਨਿਕਲਿਆ? ਇਸ ਰਿਗਾਰਡਿੰਗ ਕੋਈ ਹੱਲ ਨਹੀਂ, ਮੀਟਿੰਗ ਨਹੀਂ ਸੀ ਹੋਈ ਹੈਗੀ, ਇਹ ਤਾਂ ਜ਼ਬਰਦਸਤੀ ਅੱਜ ਇੱਕ ਮੁੱਦਾ ਫਿਰ ਚੁੱਕਿਆ ਗਿਆ 20 ਕਿਲੋਮੀਟਰ ਵਾਲਾ। ਇਹ 35 ਰੁਪਏ ਤੋਂ ਗੱਲ ਸ਼ੁਰੂ ਹੋਈ ਸੀਗੀ, ਇਹਨਾਂ ਨੇ ਬੈਠ ਕੇ 18 ਮੰਗਾਂ ਬਣਾਈਆਂ ਨੇ, 18 ਮੰਗਾਂ ਦੇ ਵਿੱਚੋਂ ਦੀ ਹਾਲੇ ਤੱਕ ਇਹਨਾਂ ਨੇ ਸਿਰਫ 2 ਹੀ ਦੱਸੀਆਂ ਸਾਨੂੰ, ਜਿਹੜੀ ਕਿ ਸਾਨੂੰ ਅਸੀਂ ਨਹੀਂ ਮੰਨ ਸਕਦੇ ਕਿਉਂਕਿ ਸਾਡੇ ਅਥਾਰਟੀ ਦੇ ਵਿੱਚ ਨਹੀਂ ਆਉਂਦਾ ਉਹ, ਕਿਉਂਕਿ ਇਹਦਾ ਮਤਲਬ ਇਹ ਵੀ ਹੱਲ ਨਹੀਂ ਹੋ ਸਕਦਾ ਇਸ ਚੀਜ਼ ਦਾ। ਹੱਲ ਹੋ ਸਕਦਾ ਹੈ ਲੇਕਿਨ ਇਹਨਾਂ ਨੂੰ ਬੈਠ ਕੇ ਮੀਟਿੰਗ ਕਰਨੀ ਪਏਗੀ। ਮੀਟਿੰਗ 'ਚ ਕੀ ਹੱਲ ਹੋ ਸਕਦਾ ਤੁਹਾਨੂੰ ਇੰਨਾ ਤਾਂ ਹੋਏਗਾ? ਇਹਦੇ ਵਿੱਚ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕੀ ਡਿਸਾਈਡ ਕਰਦੀ ਹੈ ਮੈਂ ਤਾਂ ਨਹੀਂ ਦੱਸ ਸਕਦਾ, ਜਾਂ ਤਾਂ ਕੀ ਤੁਸੀਂ ਦੱਸ ਸਕਦੇ ਹੋ ਜਾਂ ਤਾਂ ਕੀ ਇਹ ਦੱਸ ਸਕਦੇ ਨੇ। ਇਹਨਾਂ ਦਾ ਕਹਿਣਾ ਇੱਕੋ ਹੀ ਹੈ ਕਿ ਉਹ ਤਾਂ ਸਰਕਾਰਾਂ ਬੈਠੀਆਂ ਮੋਦੀ ਦੇ ਕੋਲ, ਠੀਕ ਹੈ ਜੀ। ਹੁਣ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਨੇ, ਜੇ ਉਹਨਾਂ ਨੇ ਕੋਈ ਕਾਨੂੰਨ ਇਹਨਾਂ ਨੇ ਵਾਪਸ ਲਏ ਨੇ ਜਾਂ ਕੁਝ ਵੀ ਕੀਤਾ ਹੈਗਾ, ਸਾਰਾ ਕੁਝ ਆਪਾਂ ਇਹਨਾਂ ਦੇ ਨਾਲ ਹੀ ਖੜੇ ਆ। ਮੈਂ ਵੀ ਇੱਕ ਪੰਜਾਬੀ ਹਾਂ, ਬਟ ਸਮਝਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਰੋਸ ਪ੍ਰਦਰਸ਼ਨ ਤਾਂ ਕੀਤਾ ਜਾਂਦਾ ਜੇ ਗੱਲ ਨਾ ਸੁਣੀ ਜਾਵੇ ਜਾਂ ਨਾ ਮੰਨੀ ਜਾਵੇ, ਪਰ ਜੇ ਆਪਾਂ ਗੱਲ ਹੀ ਨਹੀਂ ਕੀਤੀ, ਆਪਾਂ ਇੱਕ ਸਿਰਫ ਡੀਸੀ ਆਫਿਸ ਦੇ ਵਿੱਚ ਆਪਣਾ ਮੰਗ ਪੱਤਰ ਦਿੱਤਾ ਔਰ ਉਸ ਤੋਂ ਬਾਅਦ ਆ ਕੇ ਇੱਥੇ 6 ਤਰੀਕ ਨੂੰ ਧਰਨਾ ਦੇ ਦਿੱਤਾ। ਮੈਨੂੰ ਹਲੇ ਤੱਕ ਸਿਰਫ ਇੰਨਾ ਹੀ ਪਤਾ ਕਿ ਇਹਨਾਂ ਨੇ 2 ਤਰੀਕ ਨੂੰ ਮੰਗ ਪੱਤਰ ਦਿੱਤਾ, ਜਿਸ 'ਚ ਇਹਨਾਂ ਨੇ ਲਿਖਿਆ ਸੀ 6 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ, ਤੇ ਮੇਰੇ ਕੋਲ ਤਾਂ ਹਲੇ ਤੱਕ ਕੋਈ ਖਬਰ ਹੀ ਨਹੀਂ ਆਈ। ਕੋਈ ਮੈਨੂੰ ਦੱਸਦਾ ਤਾਂ ਸਹੀ, ਕੋਈ ਮੇਰੇ ਨਾਲ ਗੱਲ ਤਾਂ ਕਰਦਾ। ਮੈਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਮੇਲ ਪਾਉਂਦਾ, ਉੱਥੋਂ ਦੀ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਸਰ ਇੱਕ ਮੀਟਿੰਗ ਅਰੇਂਜ ਕਰਾ ਲਓ, ਇਹਨਾਂ ਨੂੰ ਇਹ ਪ੍ਰੋਬਲਮ ਹੈਗੀਆਂ ਨੇ, ਇਹਨਾਂ ਦਾ ਜੇ ਰੈਜ਼ੋਲੂਸ਼ਨ ਹੋ ਸਕਦਾ ਤਾਂ ਦੇ ਦਿਓ, ਬਟ ਮੇਰੇ ਤੱਕ ਤਾਂ ਕੋਈ ਗੱਲ ਹੀ ਨਹੀਂ ਪਹੁੰਚੀ, ਨਾ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕੋਲ ਗੱਲ ਪਹੁੰਚੀ ਹੈ। ਜੇ ਡੀਸੀ ਸਰ ਨੂੰ ਇਹਨਾਂ ਨੇ ਲੈਟਰ ਦਿੱਤੀ ਉਹ ਤੇ ਕਾਰਵਾਈ ਨਹੀਂ ਹੋਈ ਹੈ, ਇੱਕ ਵਾਰੀ ਇਹਨਾਂ ਨੂੰ ਅਪਰੋਚ ਕਰਨਾ ਤਾਂ ਬਣਦਾ ਹੈ, ਸਾਨੂੰ ਦੱਸਦੇ ਕਿ ਸਰ ਅਸੀਂ ਲੈਟਰ ਦਿੱਤੀ ਹੋਈ ਹੈ, ਇਹ ਸਾਡੀ ਕਾਪੀ ਲੈਟਰ ਦੀ ਹੈਗੀ ਹੈ, ਤੁਸੀਂ ਸਾਡੇ ਨਾਲ ਚੱਲੋ। ਤੇ ਮੈਂ ਜੇ ਨਾ ਜਾਂਦਾ ਜਾਂ ਸਾਡੇ ਵੱਲੋਂ ਨਾ ਕੋਈ ਇਹਨਾਂ ਨੂੰ ਸਪੋਰਟ ਹੁੰਦੀ ਫਿਰ ਤਾਂ ਗੱਲ ਸੀਗੀ, ਬਟ ਕੱਲ ਮੀਟਿੰਗ ਹੋ ਰਹੀ ਹੈ, ਡੀਸੀ ਸਾਹਿਬ ਨਾਲ ਕੋਈ ਮੀਟਿੰਗ ਹੋਈ ਹੈ? ਇਹਨਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਜਾਵਾਂਗੇ, ਡੀਸੀ ਸਾਹਿਬ ਇੱਥੇ ਆਣਗੇ। ਹੁਣ ਮੰਨ ਲਓ ਇਸ ਤਰ੍ਹਾਂ ਦਾ ਕੁਝ ਹੁੰਦਾ ਵੀ ਇੱਥੇ ਪਿੰਡ ਜ਼ਿਆਦਾ ਇਕੱਠੇ ਹੋ ਕੇ ਆਉਂਦੇ, ਅਗਰ ਮੰਨ ਲਓ ਡੀਸੀ ਸਾਹਿਬ ਇੱਥੇ ਆਉਂਦੇ ਫਿਰ ਮੀਟਿੰਗ ਤਾਂ ਕੱਲ ਹੋਏਗੀ ਨਾ? ਦੇਖੋ ਮੀਟਿੰਗ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਦੀ ਡੇਟ 'ਚ ਹੋ ਹੀ ਜਾਏ, ਠੀਕ ਹੈ ਨਾ, ਹੋ ਜਾਏ। ਇਹ ਉੱਥੇ ਜਾਣ, ਜਿਹੜੇ ਵੀ ਇਹਨਾਂ ਦੇ ਮੇਨ ਆਗੂ ਹੈਗੇ ਨੇ ਉੱਥੇ ਜਾ ਕੇ ਆਪਣਾ ਬੈਠ ਕੇ ਗੱਲਬਾਤ ਕਰਨ, ਜੋ ਵੀ ਡਿਸੀਜਨ ਇਹਨਾਂ ਦਾ ਨਿਕਲਦਾ ਹੈਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਾਂ ਡੀਸੀ ਸਾਹਿਬ ਬੈਠ ਕੇ ਆਪਸ ਦੇ ਵਿੱਚ ਸਲਾਹ ਕਰਕੇ ਜੋ ਵੀ ਇਹਨਾਂ ਦਾ ਹੋਏਗਾ ਉਹ ਡਿਸੀਜਨ ਇਹਨਾਂ ਨੂੰ ਦੇਣਗੇ। ਬਟ ਅਸੀਂ ਕੋਈ ਅਥਾਰਟੀ ਨਹੀਂ ਹੈਗੇ ਡਿਸੀਜਨ ਦੇਣ ਦੀ। ਇਹਨਾਂ ਨੇ ਕਿਹਾ ਟੋਲ ਪਲਾਜ਼ਾ ਬੰਦ ਕਰ ਦਿਓ, ਅਸੀਂ ਬੰਦ ਕਰ ਦਿੱਤਾ। ਇਹਨਾਂ ਨੇ ਮੇਰੇ RFID ਦੀਆਂ 2 ਜ਼ਬਰਦਸਤੀ ਤਾਰਾਂ ਖਿੱਚ ਕੇ ਤੋੜ ਦਿੱਤੀਆਂ। ਇੱਕ RFID ਦੀ ਕੀਮਤ 1.5 ਲੱਖ ਰੁਪਈਆ ਹੈ। ਮੇਰੇ ਕੋਲ ਵੀਡੀਓ ਰਿਕਾਰਡਿੰਗ ਪਈ ਹੈ, ਜੇ ਕਹੋ ਤਾਂ ਮੈਂ ਤੁਹਾਨੂੰ ਦਿਖਾ ਸਕਦਾ। ਗੱਡੀ ਦੇ ਉੱਤੇ ਚੜ੍ਹ ਕੇ RFID ਨੂੰ ਡੰਡੇ ਨਾਲ ਜਾਂ ਹੱਥ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੇ ਆ। ਕਿ ਜਿਹੜਾ ਇਹ ਨੁਕਸਾਨ ਹੋ ਰਿਹਾ ਹੈਗਾ, ਸਰਕਾਰੀ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਹੋ ਰਿਹਾ, ਕਿ ਇਹ ਆਪਨ ਭਰਨਗੇ, ਲੋਕ ਨਹੀਂ ਭਰਨਗੇ, ਇਹਨਾਂ 'ਚੋਂ ਕੋਈ ਵੀ ਨਹੀਂ ਆਏਗਾ। ਇੰਨਾ ਨੁਕਸਾਨ ਕਰਨ ਤੋਂ ਬਾਵਜੂਦ ਵੀ ਮੈਂ ਇਹਨਾਂ ਨੂੰ ਹੱਥ ਜੋੜ ਕੇ ਹੀ ਬੇਨਤੀ ਕੀਤੀ ਹੈ ਕਿ ਵੀਰ ਜੀ ਮੈਂ ਤੁਹਾਡੇ ਨਾਲ ਹੀ ਖੜਾ ਹਾਂ, ਕੋਈ ਦਿੱਕਤ ਨਹੀਂ ਹੈ, ਮੈਂ ਕੋਸ਼ਿਸ਼ ਕਰ ਰਿਹਾ ਜਿੰਨੀ ਸਹੂਲਤਾਂ ਹੋ ਸਕਣਗੀਆਂ ਮੈਂ ਆਪਣੇ ਲੋਕ ਕਰਾਵਾਂਗਾ। ਤੁਸੀਂ ਇੱਕ ਪਾਸੇ ਇਹ ਵੀ ਕਹਿ ਰਹੇ ਹੋ ਕਿ ਸ਼ਾਂਤਮਈ ਉਹਨਾਂ ਨੇ ਰੋਸ ਕਰਨਾ ਸ਼ੁਰੂ ਕਰਤਾ, ਇੱਕ ਪਾਸੇ ਤੁਸੀਂ ਹੁਣ ਇਹ ਵੀ ਗੱਲ ਕਹਿਤੀ ਵੀ ਉਹਨਾਂ ਨੇ ਡੰਡਿਆਂ ਨਾਲ ਤਾਰਾਂ ਵੀ ਤੋੜੀਆਂ। ਮੈਂ ਸ਼ਾਂਤਮਈ ਦੀ ਗੱਲ ਬਿਲਕੁਲ ਸਹੀ ਕਹੀ ਹੈ। ਇਹਨਾਂ ਨੇ ਜਦੋਂ ਆਇਆ ਉਦੋਂ ਇਹਨਾਂ ਨੇ ਸ਼ਾਂਤਮਈ ਪ੍ਰਦਰਸ਼ਨ ਆਪਣਾ ਸ਼ੁਰੂ ਕਰਤਾ, ਆਰਾਮ ਨਾਲ ਬੈਠੇ ਰਹੇ, ਕੁਝ ਨਹੀਂ ਕਿਹਾ। ਲੇਕਿਨ ਮੈਂ ਇਹਨਾਂ ਦੇ ਪਿੱਛੇ, ਕਿਉਂਕਿ ਇਹ ਡੀਸੀ ਸਾਹਿਬ ਕੋਲ ਜਾਣ ਨੂੰ ਤਿਆਰ ਨਹੀਂ ਸੀ, ਤੇ ਮੈਂ ਗਿਆ ਡੀਸੀ ਆਫਿਸ। ਮੈਂ ਉਸ ਤੋਂ ਬਾਅਦ ADC ਸਰ ਨੂੰ ਮਿਲਿਆ, SDM ਸਰ ਨੂੰ ਮਿਲਿਆ, ਉਹਨਾਂ ਨੇ ਤਹਿਸੀਲਦਾਰ ਨੂੰ ਮਾਰਕ ਕੀਤਾ ਇੱਥੇ ਆਉਣ ਵਾਸਤੇ। ਜਦ ਤੱਕ ਮੈਂ ਉੱਥੇ ਗਿਆ ਇਹਨਾਂ ਨੇ ਦੇਖਿਆ ਪਿੱਛੋਂ ਦੀ ਕੋਈ ਕੰਸਰਨਡ ਅਥਾਰਟੀ ਨਹੀਂ ਹੈ ਇਹਨਾਂ ਨੂੰ ਸਾਹਮਣੇ ਵਾਲੀ, ਇਹਨਾਂ ਨੇ ਤਾਰਾਂ ਤੋੜੀਆਂ, ਜਿਹਦੀ ਕਿ ਪ੍ਰੋਪਰ ਰਿਕਾਰਡਿੰਗ ਬਣੀ ਹੈ, ਵੀਡੀਓ ਬਣੀਆਂ ਨੇ, ਕਿਉਂਕਿ ਸਾਰੇ ਪਾਸੇ ਕੈਮਰੇ ਲੱਗੇ ਨੇ, ਹਰ ਇੱਕ ਚੀਜ਼ ਰਿਕਾਰਡ 'ਚ ਆ ਰਹੀ ਹੈਗੀ ਹੈ। ਇੱਕ ਇਹਨਾਂ ਦੇ ਹੀ ਬੰਦਿਆਂ ਨੇ ਵੀ ਰਿਕਾਰਡਿੰਗ ਬਣਾਈ ਹੈ ਕਿ ਅਸੀਂ ਇਹ ਤਾਰਾਂ ਤੋੜ ਰਹੇ ਹਾਂ। ਨੁਕਸਾਨ ਕਰਨ ਨਾਲ ਇਹ ਜਿਹੜੀ ਪਬਲਿਕ ਪ੍ਰਾਪਰਟੀ ਹੈ, ਗਵਰਨਮੈਂਟ ਨੇ ਜਿਹੜੀ ਲਗਾਈ ਹੈ ਪਬਲਿਕ ਪ੍ਰਾਪਰਟੀ ਹੈ, ਇਹ ਨੁਕਸਾਨ ਕਰਨਗੇ, ਇਹਦਾ ਭਰਵਾਈ ਕਿੱਥੋਂ ਹੋਏਗੀ? ਇਹ ਉਸੇ ਪੈਸੇ ਤੋਂ ਹੋਏਗੀ ਜਿਹੜਾ ਕਿ ਆਪਾਂ ਟੈਕਸ ਭਰਦੇ ਆ। ਤੇ ਇਸ ਨੂੰ ਤੋੜਨ ਦੇ ਨਾਲ ਕੋਈ ਹੱਲ ਤਾਂ ਨਹੀਂ ਹੋਣਾ। ਤੁਹਾਡਾ ਰੋਜ਼ ਪ੍ਰਦਰਸ਼ਨ ਹੈ, ਤੁਸੀਂ ਆਰਾਮ ਨਾਲ ਬੈਠੇ ਰਹੋ, ਕਰਦੇ ਰਹੋ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫਿਰ ਇਹਨਾਂ ਨੇ ਥੋੜਾ ਜਿਹਾ ਵਿੱਚ ਇਹ ਗਰਮ ਹੁੰਦੇ ਨੇ, ਥੋੜਾ ਜਿਹਾ ਇਹਨਾਂ ਦਾ ਟੈਂਪਰੇਚਰ ਹਾਈ ਹੁੰਦਾ ਹੈਗਾ, ਬਟ ਮੈਂ ਰਿਕੁਐਸਟ ਇਹੀ ਕਰਦਾ ਕਿ ਟੈਂਪਰੇਚਰ ਹਾਈ ਨਾਲ ਤਾਂ ਕੁਝ ਨਹੀਂ ਹੁੰਦਾ। ਇਹਨਾਂ ਨੇ ਮੈਨੂੰ ਅੰਦਰ ਸੁਨੇਹਾ ਭਿਜਵਾਤਾ, ਮੈਂ ਜਦੋਂ ਆ ਗਿਆ, ਕਿ ਤੁਹਾਨੂੰ 5 ਮਿੰਟ ਦਾ ਟਾਈਮ ਹੈ, ਸਾਰੇ RFID ਖੋਲ ਦਿਓ। ਤੇ 5 ਮਿੰਟ ਦੇ ਵਿੱਚ ਸਾਰੇ ਇਲੈਕਟ੍ਰੋਨਿਕ ਇਕਵਿਪਮੈਂਟਸ ਨਹੀਂ ਖੁੱਲਦੇ। ਤੇ ਕਹਿੰਦੇ ਨਹੀਂ ਤੇ ਅਸੀਂ ਆਪਣੇ ਤਰੀਕੇ ਨਾਲ ਖੋਲ ਲਾਂਗੇ। ਮੈਂ ਕਿਹਾ ਦੇਖੋ ਤੁਹਾਨੂੰ ਇਹ ਪ੍ਰੋਬਲਮ ਹੈ ਕਿ ਕਿਸੇ ਦਾ ਪੈਸਾ ਨਾ ਕੱਟੇ। ਕਹਿੰਦੇ ਹਾਂਜੀ ਕਿਸੇ ਦਾ ਪੈਸਾ ਨਹੀਂ ਕੱਟਣਾ ਚਾਹੀਦਾ, ਸਭ ਗੱਡੀਆਂ ਫ੍ਰੀ ਕਰੋ। ਮੈਂ ਕਿਹਾ ਠੀਕ ਹੈ। ਮੈਂ ਇਹਨਾਂ ਨੂੰ ਸਮਝਾਇਆ ਕਿ ਆਦਮੀ ਦਾ ਫਾਸਟੈਗ ਨਹੀਂ ਹੁੰਦਾ, ਫਾਸਟੈਗ ਗੱਡੀ ਦਾ ਹੁੰਦਾ। ਆਦਮੀ ਕੋਈ ਆਪਣੀ ਚੈਸਟ ਤੇ ਜਾਂ ਫੇਸ ਤੇ ਫਾਸਟੈਗ ਨਹੀਂ ਲਗਾ ਕੇ ਬੈਠਾ ਹੁੰਦਾ। ਜਿਹੜੀ ਵੀ ਗੱਡੀ ਤੁਸੀਂ ਲੈਣ ਹੀ ਬੰਦ ਕਰ ਦਿੱਤੀ ਹੈ, ਜਦ ਗੱਡੀ ਲੈਣ 'ਚ ਆਏਗੀ ਉਹਦਾ ਫਾਸਟੈਗ ਨਹੀਂ ਹੋਏਗਾ। ਜਦ ਫਾਸਟੈਗ ਹੋਏਗਾ ਹੀ ਨਹੀਂ, ਗੱਡੀ ਨਹੀਂ ਆਏਗੀ, ਫਾਸਟੈਗ ਨਹੀਂ ਹੋਏਗਾ, ਤੇ ਉਸ ਨੂੰ ਬੰਦ ਕਰਨ ਨਾਲ ਚੱਲਣ ਨਾਲ ਕੋਈ ਮਤਲਬ ਹੀ ਨਹੀਂ ਹੈ। ਫਿਰ ਵੀ ਇਹਨਾਂ ਦੇ ਕਹੇ ਤੇ ਮੈਂ ਸਾਰੇ ਸਿਸਟਮ ਬੰਦ ਕਰਾਤੇ, ਸਾਰੇ RFID ਬੰਦ ਕਰਾਤੇ, ਸਾਰਾ ਕੁਝ ਬੰਦ ਕਰਾਤਾ। ਕੋਈ ਵੀ ਚੀਜ਼ ਨਹੀਂ ਚੱਲ ਰਹੀ ਹੈਗੀ ਹੈ। ਹੁਣ ਇਹਨਾਂ ਦੀ ਡਿਮਾਂਡ ਆਉਂਦੀ ਹੈ ਸਾਨੂੰ ਪੱਖੇ ਚਲਾ ਕੇ ਦਿਓ, ਜਦ ਮੇਰਾ ਸਿਸਟਮ ਹੀ ਸਾਰੇ ਬੰਦ ਕਰਾ ਦੇਣੇ ਨੇ ਕਿ ਮੈਂ ਇਹਨਾਂ ਨੂੰ ਪੱਖਾ ਦੇ ਸਕਦਾ। ਬੱਤੀ ਸਾਰੀਆਂ ਮੇਰੀਆਂ ਬੰਦ ਹੋ ਗਈਆਂ ਨੇ।
ਮੈਨੂੰ ਉਲਝਾ ਕੇ ਰੱਖ ਦਿੱਤਾ, ਮੈਂ ਡੀਜ਼ਲ ਨਹੀਂ ਲਿਆ ਸਕਿਆ। ਮੇਰੇ ਆਫਿਸ ਦੇ ਤੁਸੀਂ ਦੇਖ ਸਕਦੇ ਹੋ, ਘੁਮਾ ਕੇ ਨਜ਼ਰ ਮਾਰੋ ਜਰਾ ਪਲੀਜ਼, ਸਾਹਮਣੇ ਕੰਟਰੋਲ ਰੂਮ 'ਚ ਕੋਈ ਲਾਈਟ ਚੱਲ ਰਹੀ ਹੈ? ਇੱਕ ਵੀ ਲਾਈਟ ਨਹੀਂ ਚੱਲ ਰਹੀ ਹੈ, ਸਾਰੀ ਬੰਦ ਹੈ, ਟੋਟਲ ਬੰਦ। ਲਾਈਟ ਬੰਦ ਸੀਗੀ ਕਿਉਂਕਿ ਇਸੇ ਵਜ੍ਹਾ ਨਾਲ, ਕਿਉਂਕਿ ਇਹਨਾਂ ਨੇ ਮੈਨੂੰ ਇਹਨਾਂ ਉਲਝਾਤਾ ਸਾਰੇ ਪਾਸੇ। ਕਿਉਂਕਿ ਇੱਥੇ ਟੋਲ ਮੈਨੇਜਰ ਨੂੰ ਜੇ ਤੁਸੀਂ ਉਲਝਾ ਦੋਗੇ ਤੇ ਉਹ ਬੰਦਾ ਬਾਕੀ ਦੇ ਕੰਮ ਨਹੀਂ ਕਰ ਸਕਦਾ। ਸਾਰਾ ਸਟਾਫ ਜਿਹੜਾ ਹੈਗਾ, ਕੁੜੀਆਂ ਨੇ, ਕੁੜੀਆਂ ਨੂੰ ਚੁੱਕ ਕੇ ਅੰਦਰ ਪਹੁੰਚਾਣਾ, ਬੇਟਾ ਤੁਸੀਂ ਆਪਣੇ ਰੂਮ 'ਚ ਪਹੁੰਚੋ, ਰੈਸਟ ਕਰੋ, ਕੋਈ ਗੱਲ ਨਹੀਂ, ਰਿਲੈਕਸ ਰਹੋ। ਬੱਚੇ ਡਰਦੇ ਨੇ ਅਕਸਰ, ਅਸੀਂ ਥੋੜਾ ਮੈਚਿਓਰ ਹਾਂ, ਅਸੀਂ ਅੱਗੇ ਹੋ ਕੇ ਗੱਲ ਕਰ ਸਕਦੇ ਹਾਂ ਨਾ, ਰਿਕੁਐਸਟ ਕਰ ਸਕਦੇ ਹਾਂ, ਬਟ ਕੁੜੀਆਂ ਥੋੜੀ ਮੈਚਿਓਰ ਨਹੀਂ ਹੁੰਦੀਆਂ, ਬੱਚਿਆਂ ਨੂੰ ਕੱਢਣਾ ਪੈਂਦਾ ਹੈਗਾ। ਤੇ ਇਸ ਦੇ ਨਾਲ ਇਹਨਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਸੀਗੀ। ਬਸ ਮੇਰੀ ਇਹੀ ਹੈ ਕਿ ਇੱਕ ਵਾਰੀ ਆ ਕੇ ਸਾਡੇ ਨਾਲ ਗੱਲ ਕਰਦੇ ਜਾਂ ਸਾਨੂੰ ਕਹਿੰਦੇ ਤੇ ਸਾਨੂੰ ਚਿੱਠੀ ਦਿੰਦੇ, ਮੰਗ ਪੱਤਰ ਦਿੰਦੇ ਸਾਨੂੰ ਵੀ। ਜੇ ਡੀਸੀ ਆਫਿਸ ਦਿੱਤਾ, ਇੱਕ ਸਾਨੂੰ ਵੀ ਦਿੰਦੇ ਕਿ ਅਸੀਂ ਡੀਸੀ ਆਫਿਸ ਦੇ ਰਹੇ ਕਾਪੀ ਟੂ ਟੋਲ ਪਲਾਜ਼ਾ, ਮੈਨੇਜਰ ਹੋ ਗਿਆ ਜਾਂ ਕੋਈ ਵੀ ਹੋ ਗਿਆ, ਕਾਪੀ ਟੂ ਕਰ ਦਿੰਦੇ। ਅਸੀਂ ਇੱਥੋਂ ਦੀ ਆਪ ਅੱਗੇ ਹੋ ਕੇ ਵੱਧ ਗਏ, ਡੀਸੀ ਸਰ ਨਾਲ ਮੀਟਿੰਗ ਕਰਦੇ ਕਿ ਸਰ ਇਹਨਾਂ ਨੇ 6 ਤਰੀਕ ਨੂੰ ਰੋਸ ਪ੍ਰਦਰਸ਼ਨ ਕਰਨਾ, ਉਸ ਤੋਂ ਪਹਿਲੇ ਇਹਨਾਂ ਦਾ ਹੱਲ ਕੱਢ ਲਈਏ ਆਪਾਂ। ਬਟ ਉਹ ਚੀਜ਼ ਬਾਅਦ 'ਚ ਵੀ ਤਾਂ ਮੀਟਿੰਗ ਹੁੰਦੀ ਆ। ਹਾਂ, ਬਾਅਦ ਚ ਵੀ ਤਾਂ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਕਰਕੇ ਹੀ ਹੱਲ ਹੁੰਦਾ ਹੈ। ਰੋਸ ਸਿੱਧਾ ਆ ਕੇ ਰੋਸ ਪ੍ਰਦਰਸ਼ਨ ਕਰਨਾ ਕੋਈ ਮਤਲਬ ਨਹੀਂ ਹੈ, ਪਹਿਲੀ ਗੱਲ। ਦੂਸਰੀ ਗੱਲ, ਇਹਨਾਂ ਦਾ ਸ਼ੁਰੂਆਤ ਜਿਹੜੀ ਹੋਈ ਸੀ ਉਹ ਇਹ ਹੈਗੇ ਪੰਜਾਬ ਟੈਕਸੀ ਯੂਨੀਅਨ, ਕੋਈ ਮੈਨੂੰ ਨਾਮ ਇਹਨਾਂ ਨੇ ਜੋ ਦੱਸਿਆ ਹੈਗਾ, ਮੈਂ ਐਗਜ਼ੈਕਟਲੀ ਇਸ ਬਾਰੇ ਡਿਟੇਲ ਨਹੀਂ ਜਾਣਦਾ। ਪੰਜਾਬ ਟੈਕਸੀ ਯੂਨੀਅਨ ਕਿੱਥੋਂ ਆ ਰਹੀ ਹੈ? ਫਾਜ਼ਿਲਕਾ, ਮਾਨਸਾ। ਇੱਥੇ ਆ ਕੇ ਰੋਸ ਪ੍ਰਦਰਸ਼ਨ ਕਰਨ ਦਾ ਮਤਲਬ ਮੈਨੂੰ ਨਹੀਂ ਸਮਝ ਆਇਆ। ਇਹਨਾਂ ਦੇ ਵਿੱਚ ਮੇਨ ਜਿਹੜੇ ਇਹਨਾਂ ਦੇ ਆਗੂ ਹੈਗੇ ਨੇ, ਜੋ ਮੈਨੂੰ ਪਤਾ ਲੱਗਿਆ, ਬਲਵਿੰਦਰ ਸਿੰਘ ਜੀ ਹੈਗੇ ਨੇ ਜਲਾਲਾਬਾਦ ਤੋਂ, ਠੀਕ ਹੈ ਜੀ, ਉਹ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਆਏ ਨੇ। ਆਓ ਜੀ, ਸਦਕੀ ਆਓ, ਬੈਠੋ, ਗੱਲਬਾਤ ਕਰੋ। ਇਹ ਮੇਰੇ ਕੋਲ ਪਹਿਲੇ ਵੀ ਇੱਕ ਵਾਰੀ ਆ ਕੇ ਗਏ ਨੇ ਔਰ ਮੈਂ ਇਹਨਾਂ ਦੇ ਪੈਰੀ ਹੱਥ ਲਾ ਕੇ ਇਹਨਾਂ ਨੂੰ, ਮੈਂ ਇਹਨਾਂ ਦੀ ਗੱਡੀ ਫ੍ਰੀ 'ਚ ਵੀ ਕਢਵਾਈ। ਇਹਨਾਂ ਨੇ ਕਿਹਾ ਕਿ ਮੇਰੇ ਨਾਲ ਤੁਸੀਂ ਧੱਕਾ ਕਰਦੇ ਹੋ। ਮੈਂ ਕਿਹਾ ਸਰ ਧੱਕਾ ਨਹੀਂ ਕਰਾਂਗੇ, ਤੁਸੀਂ ਸਾਡੇ ਪਿਤਾ ਸਮਾਨ ਹੋ, ਸਾਡੇ ਬਾਪੂ ਸਮਾਨ ਹੋ, ਅਸੀਂ ਤੁਹਾਡੇ ਨਾਲ ਧੱਕਾ ਨਹੀਂ ਕਰਾਂਗੇ। ਐਜ਼ ਐਨ ਬੱਚਾ ਹੋ ਕੇ ਅਸੀਂ ਤੁਹਾਡੀ ਗੱਡੀ ਫ੍ਰੀ 'ਚ ਕੱਢ ਦਿੰਦੇ ਹਾਂ, ਕੋਈ ਗੱਲ ਨਹੀਂ। ਅਸੀਂ ਉਹਨਾਂ ਨੂੰ ਫ੍ਰੀ ਵੀ ਦਿੱਤਾ ਇੱਕ ਵਾਰ, ਬਟ ਹਰ ਵਾਰ ਕਿੰਨੀ ਕੁ ਵਾਰ ਫ੍ਰੀ ਕਰੋਗੇ? ਕੋਈ ਪਾਕਟ 'ਚੋਂ ਕਿੰਨਾ ਪੇ ਕਰਦਾ ਹੈ? ਅੱਜ ਪਲਾਜ਼ਾ ਬੰਦ ਰਿਹਾ, ਫॉर एग्जांपल ਇੱਕ ਉਦਾਹਰਨ ਦੇ ਤੌਰ ਤੇ, ਜੇ ਮੇਰਾ ਅੱਜ ਲੱਖ ਰੁਪਏ ਦਾ ਲਾਸ ਹੋਇਆ ਹੈਗਾ, ਕੀ ਇਹ ਹਰ ਬੰਦਾ ਆਪਣੀ ਜੇਬ 'ਚੋਂ ਲੱਖ ਰੁਪਏ ਪਰ ਡੇ ਕੱਢ ਸਕਦਾ? ਨਹੀਂ ਕੱਢ ਸਕਦਾ। ਬਟ ਕੰਪਨੀ ਕੱਢ ਰਹੀ ਹੈ ਆਪਣੀ ਜੇਬ 'ਚੋਂ ਇਹਨਾਂ ਦੇ ਰੋਸ ਪ੍ਰਦਰਸ਼ਨ ਲਈ। ਇਹ ਰੋਸ ਪ੍ਰਦਰਸ਼ਨ ਕਰ ਰਹੇ ਨੇ, ਕਰੋ ਜੀ ਸਦਕੇ, ਆਪਾਂ ਨਹੀਂ ਰੋਕਦੇ ਹੈਗੇ। ਲੇਕਿਨ ਕੀ ਇਹ ਪਹਿਲਾਂ ਮੀਟਿੰਗ ਨਹੀਂ ਹੋਣੀ ਚਾਹੀਦੀ ਸੀ? ਮੇਰੀ ਸਿਰਫ ਇੰਨੀ ਰਿਕੁਐਸਟ ਸੀਗੀ, ਬਟ ਇਹ ਹਜੇ ਵੀ ਸੁਣਨਾ ਨਹੀਂ ਚਾਹੁੰਦੇ ਹੈਗੇ। ਬਿਲਕੁਲ, ਟੋਲ ਪਲਾਜ਼ੇ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨਾਲ ਗੱਲ ਕੀਤੀ ਆ, ਤੁਸੀਂ ਆਪ ਹੀ ਸੁਣ ਲਿਆ ਹੈਗਾ ਕਿ ਜਿਹੜਾ ਇਸ ਮੁਸੀਬਤ ਦਾ ਹੱਲ ਹੈਗਾ, ਹਾਲਾਂਕਿ ਕਾਨੂੰਨੀ ਢੰਗ ਨਾਲ ਤਾਂ ਉਹ ਨਿਕਲਦਾ ਦਿਖਾਈ ਨਹੀਂ ਦਿੰਦਾ, ਲੇਕਿਨ ਦੂਜੇ ਪਾਸੇ ਇਹ ਵੀ ਗੱਲ ਕਹੀ ਆ ਕਿ ਨੈਸ਼ਨਲ ਅਥਾਰਟੀ ਦੇ ਕੋਲੇ ਜਿਹੜੀ ਆ ਇਹਨਾਂ ਦੀ ਮੰਗ ਆ, ਅਗਰ ਉਹ ਮਾਨਯੋਗ ਡੀਸੀ ਸਾਹਿਬ ਵੱਲੋਂ ਪਹੁੰਚਾਈ ਜਾਂਦੀ ਆ, ਹਾਲਾਂਕਿ ਮੀਟਿੰਗ ਇੱਕੋ ਛੱਤ ਥੱਲੇ ਅਗਰ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੰਗ ਹੈਗੀ ਆ, ਜੋ ਮੰਗਾਂ ਨੇ, ਅਗਰ ਉਹ ਨੈਸ਼ਨਲ ਅਥਾਰਟੀ ਤੱਕ ਪਹੁੰਚ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਇਸ ਦਾ ਹੱਲ ਨਿਕਲਣ ਦੇ ਚਾਂਸ ਹੈਗੇ ਆ। ਲੇਕਿਨ ਹਾਲ ਦੀ ਘੜੀ ਗੱਲ ਕਰੀਏ ਤਾਂ ਕਿਤੇ ਵੀ ਨੈਸ਼ਨਲ ਅਥਾਰਟੀ ਦੇ ਵਿੱਚ ਇਸ ਦਾ ਹੱਲ ਨਹੀਂ ਦਿਖਦਾ ਕਿ ਕੈਸ਼ ਵਾਲੀਆਂ ਜਿਹੜੀਆਂ ਲਾਈਨਾਂ ਨੇ ਉਹ ਵੱਖਰੀਆਂ ਲਾਈਆਂ ਜਾਣ ਜਾਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੇ ਟੋਲ ਨੇ, ਪਿੰਡ ਨੇ, ਉਹਨਾਂ ਨੂੰ ਫ੍ਰੀ ਕੀਤਾ ਜਾ ਸਕੇ। ਹਾਲਾਂਕਿ ਜਿਹੜੀ ਮੰਗ ਆ ਉਹ ਲਗਾਤਾਰ ਜਦੋਂ ਦਾ ਟੋਲ ਪਲਾਜ਼ਾ ਬਣਿਆ ਹੈਗਾ ਉਦੋਂ ਤੋਂ ਹੀ ਉੱਠਦੀ ਆ ਰਹੀ ਆ। ਹਰ ਕੋਈ ਯੂਨੀਅਨ, ਹਰ ਕੋਈ ਕਿਸਾਨ ਜਥੇਬੰਦੀ ਵੱਲੋਂ ਲਗਾਤਾਰ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਆਏ ਦਿਨ ਹੀ ਦੇਖਣ ਨੂੰ ਮਿਲਦਾ ਹੈਗਾ। ਲਗਾਤਾਰ ਤੁਸੀਂ ਜਿਹੜੀ ਕਵਰੇਜ ਆ ਉਹ ਵਾਜ਼ੇ ਪੰਜਾਬ ਤੇ ਦੇਖਦੇ ਹੋ। ਬਟ ਇਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ ਜਿਹੜੀ ਮੀਟਿੰਗ ਆ ਜੋ ਮਾਨਯੋਗ ਡੀਸੀ ਸਾਹਿਬ ਦੇ ਨਾਲ ਆ, ਉਸ ਦੇ ਵਿੱਚ ਸਾਡੇ ਵੱਲੋਂ ਵੀ ਤੇ ਇਹਨਾਂ ਵੱਲੋਂ ਵੀ ਜਿਹੜੀ ਸ਼ਮੂਲੀਅਤ ਕੀਤੀ ਜਾਏਗੀ ਤੇ ਉੱਥੇ ਜਿਹੜਾ ਹੱਲ ਹੈਗਾ ਇਸ ਚੀਜ਼ ਦਾ ਕੱਢਿਆ ਜਾਏਗਾ। ਪਰ ਦੂਜੇ ਪਾਸੇ ਜਿਹੜੀ ਉਹਨਾਂ ਦੀਆਂ ਮੰਗਾਂ ਸੀ ਕਿ ਅੱਜ ਦੀਆਂ ਜੋ ਸਾਡੀਆਂ ਦੋ ਮੰਗਾਂ ਨੇ ਕਿ ਅੱਜ ਜਿਹੜੀ ਕੈਸ਼ ਵਾਲੀਆਂ ਗੱਡੀਆਂ ਲੰਘਾਈਆਂ ਜਾਣ ਔਰ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੇ ਪਿੰਡ ਆ ਉਹਨਾਂ ਨੂੰ ਮਾਫ ਕੀਤਾ ਜਾਵੇ। ਹਾਲਾਂਕਿ ਸੂਈ ਜਿਹੜੀ ਆ ਉੱਥੇ ਦੀ ਉੱਥੇ ਅਟਕੀ ਆ, ਪਰ ਆਂਦੇ ਸਾਰ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾਈਆਂ ਸੀ ਕਿ ਟੋਲ ਪਲਾਜ਼ੇ ਦੇ ਉੱਪਰ ਹਨੇਰ ਘੁੱਪ ਛਾਇਆ ਹੋਇਆ, ਇੱਥੇ ਬਿਲਕੁਲ ਕੋਈ ਵੀ ਲਾਈਟ ਨਹੀਂ ਚੱਲ ਰਹੀ। ਹਾਲਾਂਕਿ ਜਿਹੜੀ ਮੁਸੀਬਤ ਆ ਟੋਲ ਪਲਾਜ਼ੇ ਵਾਲਿਆਂ ਵੱਲੋਂ ਆਪਣੀ ਦੱਸ ਦਿੱਤੀ ਗਈ ਆ, ਪਰ ਹੁਣ ਜਦੋਂ ਅਸੀਂ ਲਾਈਵ ਚਲਾਇਆ ਆ, ਇੱਥੇ ਆ ਕੇ ਲਾਈਵ ਚਲਾਇਆ ਤਾਂ ਉਸ ਤੋਂ ਬਾਅਦ ਜਿਹੜੀਆਂ ਲਾਈਟਾਂ ਨੇ ਉਹ ਲਾਈਟਾਂ ਇੱਥੇ ਚਲਾਈਆਂ ਗਈਆਂ ਨੇ। ਲਾਈਟਾਂ ਚੱਲਣ ਤੋਂ ਬਾਅਦ ਦੋਨੇ ਪਾਸੇ ਜਿਹੜੀਆਂ ਚਾਨਣ ਕਰ ਦਿੱਤਾ ਗਿਆ। ਹਾਲਾਂਕਿ ਜਿਹੜੀ ਅਸੀਂ ਗੱਲ ਆਉਂਦੇ ਸਾਰ ਕਹੀ ਸੀ ਕਿ ਦੁਰਘਟਨਾ ਹੋ ਸਕਦੀ ਆ ਕਿਉਂਕਿ ਹਨੇਰਾ ਇੰਨਾ ਜ਼ਿਆਦਾ ਸੀ, ਪਰ ਹੁਣ ਜਿਹੜੀ ਲਾਈਟ ਆ ਉਹ ਇੱਥੇ ਚਲਾ ਦਿੱਤੀ ਗਈ ਆ ਇਸ ਟੋਲ ਪਲਾਜ਼ੇ ਤੇ। ਪਰ ਇਹਨਾਂ ਦਾ ਕਹਿਣਾ ਹੈ, ਜਿਹੜੇ ਲੋਕ ਬੈਠੇ ਨੇ, ਕਿ ਸਾਰੀ ਰਾਤ ਬੈਠਾਂਗੇ, ਅਣਮਿੱਥਾ ਸਮਾਂ ਇਹਨਾਂ ਨੇ ਦੱਸਿਆ ਹੈ। ਪਰ ਦੂਜੇ ਪਾਸੇ ਟੋਲ ਵਾਲੇ ਕਹਿੰਦੇ ਆ ਕਿ ਅਸੀਂ ਕੱਲ ਨੂੰ ਅਗਰ ਮੀਟਿੰਗ ਹੁੰਦੀ ਆ ਤਾਂ ਮੀਟਿੰਗ ਦੇ ਵਿੱਚ ਬੈਠ ਕੇ ਅਸੀਂ ਗੱਲ ਕਰਾਂਗੇ। ਇਹ ਵੀ ਗੱਲ ਕੀ ਆ ਕਿ ਸਾਨੂੰ ਮੰਗ ਪੱਤਰ ਨਹੀਂ ਦਿੱਤਾ, ਹਾਲਾਂਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਸੀ ਵੀ ਅਸੀਂ ਧਰਨਾ, ਇੰਟੀਮੇਸ਼ਨ ਦੇ ਦਿੱਤੀ ਸੀ ਕਿ ਅਸੀਂ ਜਿਹੜਾ ਧਰਨਾ ਹੈਗਾ ਉਹ 6 ਤਰੀਕ ਨੂੰ ਲਾਵਾਂਗੇ, ਪਰ ਕਾਪੀ ਟੂ ਸਾਨੂੰ ਨਹੀਂ ਕੀਤਾ ਗਿਆ, ਸਾਨੂੰ ਨਹੀਂ ਦੱਸਿਆ ਗਿਆ। ਅਚਨਚੇਤ ਆ ਕੇ ਇੱਥੇ ਜਿਹੜਾ ਧਰਨਾ ਲਾ ਦਿੱਤਾ ਗਿਆ, ਜਿਹਦੇ ਨਾਲ 1 ਲੱਖ ਰੁਪਈਆ ਇੱਕ ਦਿਹਾੜੀ ਦਾ ਘੱਟੋ ਘੱਟ ਜਿਹੜਾ ਇਸ ਟੋਲ ਪਲਾਜ਼ੇ ਦਾ ਨੁਕਸਾਨ ਹੋਇਆ ਹੈਗਾ। ਉਸ ਤੋਂ ਬਾਅਦ ਕੁਝ ਗੱਲਾਂ ਕਹੀਆਂ ਨੇ ਕਿ ਕੁਝ ਉਹਨਾਂ ਦੀਆਂ ਤਾਰਾਂ ਵਗੈਰਾ ਵੀ ਤੋੜੀਆਂ ਨੇ, ਹਾਲਾਂਕਿ ਕੁਝ ਸੀਸੀਟੀਵੀ ਦੀ ਗੱਲ ਕੀਤੀ ਆ, ਪਰ ਜਿਹੜੀ ਮਸਲਾ ਹੱਲ ਦੀ ਗੱਲ ਆ ਕਿ ਇਸ ਟੋਲ ਪਲਾਜ਼ੇ ਦਾ ਮਸਲਾ ਹੱਲ ਕੀ ਹੋਣਾ ਚਾਹੀਦਾ ਹੈਗਾ, ਉਹ ਜਿਹੜਾ ਉਹ ਕੱਲ ਤੇ ਟਿਕਿਆ ਹੋਇਆ। ਕੱਲ ਦੀ ਡੀਸੀ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਆ ਉਸ ਦੇ ਉੱਪਰ ਟਿਕਿਆ ਹੋਇਆ। ਹੁਣ ਦੇਖਦੇ ਆ ਕਿ ਕੱਲ ਨੂੰ
ਇਸ ਯੂਨੀਅਨ ਵੱਲੋਂ, ਜਿਹੜੀਆਂ ਯੂਨੀਅਨਾਂ ਬੈਠੀਆਂ ਨੇ ਇਹਨਾਂ ਵੱਲੋਂ ਤੇ ਟੋਲ ਪਲਾਜ਼ੇ ਵਾਲਿਆਂ ਵੱਲੋਂ ਡੀਸੀ ਦਫ਼ਤਰ ਦੇ ਵਿੱਚ ਡੀਸੀ ਸਾਹਿਬ ਦੇ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਨਿਕਲਦਾ ਹੈ, ਜਾਂ ਫਿਰ ਆਏ ਦਿਨ ਦੀ ਤਰ੍ਹਾਂ, ਹਰ ਦੂਜੇ ਦਿਨ ਦੀ ਤਰ੍ਹਾਂ ਇਹ ਜਿਹੜਾ ਟੋਲ ਆ ਇਵੇਂ ਹੀ ਬੰਦ ਰਹੇਗਾ, ਜਾਂ ਇਵੇਂ ਹੀ ਲੋਕ ਆ ਕੇ ਇੱਥੇ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ। ਇਹ ਕੱਲ ਦਾ ਸਮਾਂ ਦੱਸੇਗਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ।